ਉਹ ਆਸਤਾ ਕਿੱਥੇ ਮਰ ਗਈ। ਇਸ ਲੜਕੀ ਨੂੰ ਕਿੰਨੀ ਵਾਰ ਕਿਹਾ ਹੈ ਕਿ ਸਾਰੇ ਕੰਮ ਟਾਈਮ ਨਾਲ ਨਿਬੇੜ ਲਿਆ ਕਰ, ਪਰ ਨਹੀਂ। ਮਜਾਲ ਹੈ ਕਿ ਇਸ ਦੇ ਕੰਨ ਤੇ ਜੂੰ ਵੀ ਸਰਕ ਜਾਵੇ। ਪ੍ਰਾਚੀ ਆਪਣੇ ਆਪੇ ਤੋਂ ਬਾਹਰ ਕਿਚਨ ਦੇ ਵੱਲ ਆ ਰਹੀ ਸੀ ਅਤੇ ਮੈਨੂੰ ਪਤਾ ਸੀ ਕਿ ਮੇਰੀ ਸ਼ਾਮਤ ਆਉਣ ਵਾਲੀ ਹੈ। ਮੈਂ ਤਾਂ ਪਹਿਲਾਂ ਤੋਂ ਹੀ ਜਲਦੀ ਜਲਦੀ ਹੱਥ ਚਲਾ ਰਹੀ ਸੀ ਤਾਂ ਕਿ ਸਮੇਂ ਸਿਰ ਸਾਰੇ ਕੰਮ ਹੋ ਜਾਣ। ਉਹਨਾਂ ਲੋਕਾਂ ਦੇ ਆਉਣ ਦੇ ਵਿੱਚ ਅੱਧਾ ਘੰਟਾ ਬਚਿਆ ਸੀ ਅਤੇ ਅਜੇ ਤੱਕ ਮੇਰੇ ਕਈ ਕੰਮ ਬਾਕੀ ਸਨ। ਬਿਰਿਆਨੀ ਅਜੇ ਅੱਧੀ ਬਣੀ ਸੀ, ਛੋਲਿਆਂ ਦੀ ਸਬਜ਼ੀ ਬਣ ਚੁੱਕੀ ਸੀ ਅਤੇ ਪੂਰੀਆਂ ਦੇ ਲਈ ਆਟਾ ਗੁੰਨਣਾ ਬਾਕੀ ਬਚਿਆ ਸੀ। ਇੰਨੇ ਸਮੇਂ ਦੇ ਵਿੱਚ ਚਾਚੀ ਕਿਚਨ ਦੇ ਵਿੱਚ ਦਾਖਲ ਹੋ ਚੁੱਕੀ ਸੀ। ਆਸਤਾ ਕਿੰਨਾ ਕੰਮ ਰਹਿ ਗਿਆ ਹੈ। ਬੇਕੂਫ ਲੜਕੀ, ਜੇਕਰ ਇੰਨਾ ਹੌਲੀ ਕੰਮ ਕਰੇਗੀ ਤਾਂ ਕਿਵੇਂ ਹੋਵੇਗਾ। ਖਾ ਖਾ ਕੇ ਤੇਰਾ ਸਰੀਰ ਆਲਸੀ ਹੋ ਗਿਆ ਹੈ। ਚਾਚੀ ਦੀ ਗੱਲ ਸੁਣ ਕੇ ਹਲਕੀ ਜਿਹੀ ਮੁਸਕਾਨ ਮੇਰੇ ਚਿਹਰੇ ਤੇ ਆ ਗਈ ਸੀ ਅਤੇ ਫਿਰ ਮੈਂ ਮਨ ਹੀ ਮਨ ਆਪਣੇ ਆਪ ਨੂੰ ਸੰਭਾਲਦੇ ਹੋਏ ਕਿਹਾ, ਚਾਚੀ ਬਸ ਥੋੜਾ ਜਿਹਾ ਕੰਮ ਬਾਕੀ ਹੈ। ਮੈਂ ਉਹਨਾਂ ਲੋਕਾਂ ਦੇ ਆਉਣ ਤੱਕ ਸਾਰਾ ਕੰਮ ਪੂਰਾ ਕਰ ਲਵਾਂਗੀ। ਮੈਂ ਜਲਦੀ ਜਲਦੀ ਆਟਾ ਛਾਣਨ ਲੱਗੀ ਸੀ। ਇਸ ਵਿਚਕਾਰ ਚਾਚੀ ਸਾਰੀਆਂ ਚੀਜ਼ਾਂ ਖੋਲ ਖੋਲ ਕੇ ਦੇਖ ਰਹੀ ਸੀ ਅਤੇ ਹਰ ਇੱਕ ਚੀਜ਼ ਦੇ ਵਿੱਚ ਕਮੀਆਂ ਕੱਢ ਰਹੀ ਸੀ। ਇਹ ਖੀਰ ਦੇ ਵਿੱਚ ਡਰਾਈ ਫਰੂਟ ਇੰਨੇ ਘੱਟ ਕਿਉਂ ਹਨ? ਪਨੀਰ ਦੇ ਵਿੱਚ ਇੰਨਾ ਤੇਲ ਕਿਉਂ ਹੈ? ਮੈਂ ਤੈਨੂੰ ਕਿਹਾ ਸੀ ਨਾ ਕਿ ਸਲਾਦ ਪਹਿਲਾਂ ਤੋਂ ਨਾ ਕੱਟੀ, ਫਿਰ ਵੀ ਤੂੰ ਕੱਟ ਕੇ ਰੱਖ ਲਿਆ। ਮੈਂ ਚਾਚੀ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਆਪਣੇ ਆਪ ਦੇ ਵਿੱਚ ਬਿਜੀ ਹੋ ਗਈ। ਫਿਰ ਆਖਿਰਕਾਰ ਚਾਚੀ ਮੂੰਹ ਵਿੱਚ ਕੁਝ ਬੋਲਦੀ ਹੋਈ ਕਿਚਨ ਤੋਂ ਬਾਹਰ ਚਲੀ ਗਈ। ਮੈਂ ਵੀ ਸੁੱਖ ਦਾ ਸਾਹ ਲਿਆ ਤੇ ਫਿਰ ਤੋਂ ਆਪਣੇ ਕੰਮ ਦੇ ਵਿੱਚ ਬਿਜੀ ਹੋ ਗਈ। ਚਾਚੀ ਦੀ ਵੱਡੀ ਭੈਣ ਜੋ ਕਈ ਸਾਲਾਂ ਤੋਂ ਯੂਰਪ ਦੇ ਵਿੱਚ ਰਹਿ ਰਹੀ ਸੀ, ਉਹ ਉਹਨਾਂ ਨੂੰ ਮਿਲਣ ਦੇ ਲਈ ਆ ਰਹੀ ਸੀ ਅਤੇ ਚਾਚੀ ਖੁਸ਼ੀ ਨਾਲ ਫੁੱਲੀ ਨਹੀਂ ਸਮਾ ਰਹੀ ਸੀ ਕਿਉਂਕਿ ਉਸ ਦੀ ਭੈਣ ਪੂਰੇ 10 ਸਾਲ ਬਾਅਦ ਘਰ ਵਾਪਸ ਆ ਰਹੀ ਸੀ। ਚਾਚੀ ਦਾ ਬਸ ਇਹੀ ਚੱਲ ਰਿਹਾ ਸੀ ਕਿ ਉਹ ਆਪਣੀ ਭੈਣ ਦੇ ਸਵਾਗਤ ਦੇ ਵਿੱਚ ਕੀ ਕੁਝ ਨਾ ਕਰ ਦੇਵੇ। ਸਾਰਾ ਕੰਮ ਮੇਰੇ ਜ਼ਿੰਮੇ ਸੀ, ਜਦੋਂ ਕਿ ਚਾਚੀ ਦੀਆਂ ਦੋਨੋਂ ਬੇਟੀਆਂ ਆਪਣੇ ਕਮਰੇ ਦੇ ਵਿੱਚ ਬਾਹਰ ਵੀ ਨਹੀਂ ਨਿਕਲੀਆਂ ਸਨ। ਸਾਰਾ ਕੰਮ ਖਤਮ ਕਰਨ ਤੋਂ ਬਾਅਦ ਜਦੋਂ ਮੈਂ ਸ਼ਿੰਕ ਦੇ ਵੱਲ ਦੇਖਿਆ ਤਾਂ ਮੇਰੇ ਸਾਹ ਰੁਕ ਗਏ। ਸ਼ਿੰਕ ਦੇ ਵਿੱਚ ਗੰਦੇ ਬਰਤਨਾਂ ਦਾ ਢੇਰ ਲੱਗਿਆ ਹੋਇਆ ਸੀ, ਮੰਨੋ ਮੇਰੇ ਤੇ ਹੱਸ ਰਿਹਾ ਹੋਵੇ। ਖਾਣਾ ਖਾਣ ਤੋਂ ਬਾਅਦ ਹੋਰ ਵੀ ਬਰਤਨ ਇਕੱਠੇ ਹੋ ਜਾਂਦੇ, ਇਹ ਸੋਚ ਕੇ ਮੇਰਾ ਦਿਲ ਬੈਠ ਗਿਆ। ਮੈਂ ਇੱਕ ਡੂੰਘਾ ਸਾਹ ਲਿਆ ਅਤੇ ਬਰਤਨ ਧੋਣ ਲੱਗੀ। ਮੇਰਾ ਮਨ ਭਾਰੀ ਹੋ ਗਿਆ, ਅੱਖਾਂ ਦੇ ਵਿੱਚੋਂ ਹੰਝੂ ਵਹਿ ਕੇ ਗੱਲਾਂ ਤੇ ਆ ਗਏ। ਜੇਕਰ ਮੇਰੇ ਮਾਤਾ ਪਿਤਾ ਜਿਉਂਦੇ ਹੁੰਦੇ ਤਾਂ ਮੈਨੂੰ ਇਹ ਸਾਰੇ ਜ਼ੁਲਮ ਨਾ ਝੱਲਣੇ ਪੈਂਦੇ। ਮੈਂ ਚਾਚਾ ਚਾਚੀ ਦੇ ਉੱਤੇ ਨਿਰਭਰ ਸੀ ਅਤੇ ਇਹ ਸਾਰਾ ਕੰਮ ਮਜਬੂਰ ਹੋ ਕੇ ਕਰ ਰਹੀ ਸੀ। ਉਹ ਮੈਨੂੰ 2 ਸਮੇਂ ਦੀ ਰੋਟੀ ਖਵਾ ਰਹੇ ਸਨ ਕਿਉਂਕਿ ਉਹ ਮੈਨੂੰ 2 ਸਮੇਂ ਦੀ ਰੋਟੀ ਖਵਾਉਂਦੇ ਸਨ। ਇਹ ਉਹਨਾਂ ਦਾ ਮੇਰੇ ਉੱਤੇ ਬਹੁਤ ਵੱਡਾ ਅਹਿਸਾਨ ਸੀ। ਇਸ ਦੇ ਬਦਲੇ ਦੇ ਵਿੱਚ ਮੈਂ ਉਹਨਾਂ ਦੇ ਪੂਰੇ ਘਰ ਦਾ ਕੰਮ ਕਰਦੀ ਸੀ, ਉਹਨਾਂ ਦੇ ਤਾਨੇ ਸੁਣਦੀ ਅਤੇ ਕਦੇ ਕਦੇ ਉਹਨਾਂ ਦੀ ਮਾਰ ਵੀ ਖਾਂਦੀ ਸੀ। ਉਹਨਾਂ ਦੇ ਤੇ ਉਹਨਾਂ ਦੀਆਂ ਬੇਟੀਆਂ ਦੇ ਤਾਨੇ ਸੁਣਦੀ ਅਤੇ ਉਹਨਾਂ ਦੇ ਪਾਏ ਹੋਏ ਪੁਰਾਣੇ ਕੱਪੜੇ ਪਾਉਂਦੀ। ਕਦੇ ਕਦੇ ਤਾਂ ਖਾਣ ਨੂੰ ਰੋਟੀ ਵੀ ਨਹੀਂ ਮਿਲਦੀ ਸੀ ਤਾਂ ਚੁੱਪ-ਚਾਪ ਪਾਣੀ ਪੀ ਕੇ ਹੀ ਸੌਂ ਜਾਂਦੀ ਸੀ। ਮੇਰਾ ਜੀਵਨ ਜਿਵੇਂ ਤਿਵੇਂ ਕੱਟ ਰਿਹਾ ਸੀ। ਬਰਤਨ ਧੋ ਕੇ ਮੈਂ ਅਜੇ ਫ੍ਰੀ ਹੀ ਹੋਈ ਸੀ ਕਿ ਚਾਚੀ ਫਿਰ ਤੋਂ ਕਿਚਨ ਦੇ ਵਿੱਚ ਆ ਗਈ। ਕਹਿਣ ਲੱਗੀ, ਸੁਣ ਆਸਥਾ, ਜਦੋਂ ਸਾਰਾ ਕੰਮ ਪੂਰਾ ਹੋ ਜਾਵੇ ਤਾਂ ਆਪਣੇ ਕਮਰੇ ਦੇ ਵਿੱਚ ਚਲੀ ਜਾਵੀਂ। ਤੈਨੂੰ ਮੇਰੀ ਭੈਣ ਅਤੇ ਉਹਨਾਂ ਦੇ ਬੱਚਿਆਂ ਦੇ ਸਾਹਮਣੇ ਆਉਣ ਦੀ ਕੋਈ ਜ਼ਰੂਰਤ ਨਹੀਂ ਹੈ। ਤੈਨੂੰ ਦੇਖ ਕੇ ਸਾਰੇ ਲੋਕ ਗੱਲਾਂ ਬਣਾਉਂਦੇ ਹਨ ਕਿ ਇੱਕ ਤਾਂ ਤੇਰੀ ਸ਼ਕਲ ਇਸ ਤਰ੍ਹਾਂ ਦੀ ਭੋਲੀ ਹੈ ਕਿ ਤੈਨੂੰ ਦੇਖ ਕੇ ਲੱਗਦਾ ਹੈ ਕਿ ਤੇਰੇ ਤੇ ਜ਼ੁਲਮ ਕੀਤੇ ਜਾ ਰਹੇ ਹਨ। ਸਾਰੇ ਲੋਕ ਇਹੀ ਗੱਲਾਂ ਬਣਾਉਂਦੇ ਹਨ ਕਿ ਵਿਚਾਰੀ ਬਿਨਾਂ ਮਾਤਾ ਪਿਤਾ ਦੀ ਬੇਟੀ ਹੈ। ਉਸ ਦੇ ਚਿਹਰੇ ਤੋਂ ਹੀ ਉਦਾਸੀ ਝਲਕ ਰਹੀ ਹੈ। ਜਦੋਂ ਤੱਕ ਉਹ ਲੋਕ ਇੱਥੇ ਹਨ ਤੂੰ ਬਾਹਰ ਨਾ ਨਿਕਲੀ। ਮੈਂ ਚੁੱਪਚਾਪ ਹਾਂ ਦੇ ਵਿੱਚ ਸਿਰ ਹਿਲਾ ਦਿੱਤਾ ਅਤੇ ਆਪਣੇ ਹੱਥ ਪੂੰਝਦੀ ਹੋਈ ਕਿਚਨ ਤੋਂ ਬਾਹਰ ਚਲੀ ਗਈ। ਮੈਨੂੰ ਵੀ ਕੋਈ ਸ਼ੌਂਕ ਨਹੀਂ ਸੀ ਮਹਿਮਾਨਾਂ ਦੇ ਸਾਹਮਣੇ ਜਾਣ ਦਾ, ਬਲਕਿ ਮੇਰੇ ਲਈ ਇਹ ਚੰਗਾ ਹੀ ਸੀ ਕਿ ਮੈਂ ਆਪਣੇ ਕਮਰੇ ਦੇ ਵਿੱਚ ਜਾ ਕੇ ਕੁਝ ਸਮਾਂ ਸੁੱਖ ਦਾ ਸਾਹ ਲਵਾਂ। ਜਦੋਂ ਬਾਹਰ ਤੋਂ ਮਹਿਮਾਨਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ ਤਾਂ ਮੈਂ ਚੁੱਪਚਾਪ ਅੱਖਾਂ ਬੰਦ ਕਰਕੇ ਆਪਣੇ ਬਿਸਤਰੇ ਤੇ ਪੈ ਗਈ। ਮੈਨੂੰ ਪਤਾ ਸੀ ਕਿ ਕੁਝ ਘੰਟਿਆਂ ਤੱਕ ਹੁਣ ਮੈਨੂੰ ਕੋਈ ਵੀ ਡਿਸਟਰਬ ਨਹੀਂ ਕਰੇਗਾ ਅਤੇ ਇਹ ਮੇਰੇ ਲਈ ਬਹੁਤ ਸਕੂਨ ਭਰਿਆ ਸਮਾਂ ਸੀ। ਅਤੇ ਮੈਂ ਅੱਖਾਂ ਬੰਦ ਕੀਤੀਆਂ ਤਾਂ ਅਚਾਨਕ ਮੇਰੀ ਮਾਂ ਤੇ ਮੇਰੇ ਪਾਪਾ ਦਾ ਚਿਹਰਾ ਮੇਰੀਆਂ ਅੱਖਾਂ ਦੇ ਸਾਹਮਣੇ ਆ ਗਿਆ। ਅੱਖਾਂ ਦੇ ਵਿੱਚੋਂ ਹੰਝੂ ਡਿੱਗ ਕੇ ਸਿਰਹਾਣੇ ਦੇ ਵਿੱਚ ਸਮਾ ਗਏ। ਮੈਂ ਆਪਣੇ ਮਾਤਾ ਪਿਤਾ ਦੀ ਇੱਕੋ ਇੱਕ ਬੇਟੀ ਸੀ। ਕਿੰਨਾ ਪਿਆਰ ਕਰਦੇ ਸੀ ਮੰਮੀ ਪਾਪਾ ਮੈਨੂੰ। ਵਿਆਹ ਤੋਂ ਪੂਰੇ 5 ਸਾਲ ਬਾਅਦ ਮੇਰਾ ਜਨਮ ਹੋਇਆ ਸੀ ਅਤੇ ਮੈਂ ਆਪਣੇ ਮੰਮੀ ਪਾਪਾ ਦੀਆਂ ਅੱਖਾਂ ਦਾ ਤਾਰਾ ਸੀ। ਮੇਰੇ ਪਾਪਾ ਦਾ ਸੁਪਨਾ ਸੀ ਕਿ ਉਹ ਮੈਨੂੰ ਡਾਕਟਰ ਬਣਾਉਣਗੇ ਅਤੇ ਮੈਂ ਵੀ ਮਨ ਲਗਾ ਕੇ ਪੜ੍ਹਾਈ ਕਰ ਰਹੀ ਸੀ। ਅਤੇ ਫਿਰ ਇੱਕ ਦਿਨ ਆਫਿਸ ਗਏ ਅਤੇ ਉਹਨਾਂ ਦੀ ਘਰ ਦੇ ਵਿੱਚ ਮੌਤ ਦੀ ਖਬਰ ਹੀ ਵਾਪਸ ਆਈ ਸੀ। ਕਿਸੇ ਅਣਜਾਣ ਨੰਬਰ ਤੋਂ ਫੋਨ ਆਇਆ ਸੀ ਕਿ ਪਾਪਾ ਦਾ ਐਕਸੀਡੈਂਟ ਹੋ ਗਿਆ ਹੈ। ਐਕਸੀਡੈਂਟ ਇੰਨਾ ਭਿਆਨਕ ਸੀ ਕਿ ਪਾਪਾ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਮੇਰੀ ਮਾਂ ਤਾਂ ਇਹ ਖਬਰ ਸੁਣ ਕੇ
ਕੇ ਹੀ ਪੱਥਰ ਬਣ ਗਈ ਸੀ। ਨਾ ਕੁਝ ਬੋਲੀ, ਨਾ ਰੋਈ, ਬਸ ਚੁੱਪਚਾਪ ਇੱਕ ਜਗ੍ਹਾ ਤੇ ਹੀ ਬੈਠੀ ਰਹੀ। ਜਦੋਂ ਪਾਪਾ ਦੀ ਬੋਡੀ ਘਰ ਦੇ ਵਿੱਚ ਲਿਆ ਕੇ ਰੱਖੀ ਗਈ ਤਾਂ ਮਾਂ ਦੀਆਂ ਅੱਖਾਂ ਦੇ ਵਿੱਚੋਂ ਇੱਕ ਵੀ ਹੰਝੂ ਨਹੀਂ ਡਿੱਗਿਆ ਸੀ। ਮੇਰਾ ਤਾਂ ਰੋ ਰੋ ਕੇ ਬੁਰਾ ਹਾਲ ਸੀ। ਮੈਂ ਮਾਂ ਨੂੰ ਝੰਜੋੜ ਕੇ ਪੁੱਛ ਰਹੀ ਸੀ ਕਿ ਮਾਂ, ਪਾਪਾ ਨੂੰ ਕੀ ਹੋਇਆ ਹੈ? ਪਾਪਾ ਕਿਉਂ ਨਹੀਂ ਉੱਠ ਰਹੇ? ਪਰ ਮਾਂ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ। ਸਾਰੇ ਲੋਕ ਮਾਂ ਨੂੰ ਰਵਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਉਹ ਚੁੱਪ ਸੀ, ਜਿਵੇਂ ਉਹਨਾਂ ਨੇ ਆਪਣੇ ਦੁੱਖ ਨੂੰ ਅੰਦਰ ਹੀ ਦੱਬ ਲਿਆ ਹੋਵੇ। ਪਾਪਾ ਦੇ ਅੰਤਿਮ ਸੰਸਕਾਰ ਤੋਂ ਬਾਅਦ ਮਾਂ ਵੀ ਮੈਨੂੰ ਛੱਡ ਕੇ ਚਲੀ ਗਈ ਸੀ। ਉਹਨਾਂ ਨੇ ਮੇਰੇ ਬਾਰੇ ਵੀ ਨਹੀਂ ਸੋਚਿਆ ਸੀ ਕਿ ਇੱਕ ਹੀ ਦਿਨ ਦੇ ਵਿੱਚ ਮੈਂ ਆਪਣੇ ਮਾਤਾ ਪਿਤਾ ਦੋਨਾਂ ਨੂੰ ਗਵਾ ਚੁੱਕੀ ਸੀ। ਰੋ ਰੋ ਕੇ ਮੇਰੀ ਹਾਲਤ ਖਰਾਬ ਹੋ ਗਈ ਸੀ ਕਿ ਉਸ ਸਮੇਂ ਹੀ ਚਾਚਾ ਨੇ ਮੇਰੇ ਸਿਰ ਤੇ ਹੱਥ ਰੱਖਿਆ ਸੀ। ਚਾਚਾ ਮੈਨੂੰ ਬਹੁਤ ਪਿਆਰ ਕਰਦਾ ਸੀ, ਪਰ ਚਾਚੀ ਦੀਆਂ ਨਜ਼ਰਾਂ ਦੇ ਵਿੱਚ ਮੈਂ ਇੱਕ ਬੋਝ ਦੀ ਤਰ੍ਹਾਂ ਸੀ। ਸਾਰਿਆਂ ਨੇ ਮਿਲ ਕੇ ਚਾਚੀ ਦੇ ਸਾਹਮਣੇ ਮੇਰੀ ਜ਼ਿੰਮੇਵਾਰੀ ਰੱਖ ਦਿੱਤੀ। ਸਾਰੇ ਲੋਕ ਕਹਿਣ ਲੱਗੇ, ਸਰਲਾ, ਹੁਣ ਆਸਥਾ ਦੀ ਜ਼ਿੰਮੇਵਾਰੀ ਤੁਹਾਡੀ ਹੈ। ਇਹ ਇੱਕ ਅਨਾਥ ਬੱਚੀ ਹੈ। ਇਸ ਬੱਚੀ ਦਾ ਤੁਸੀਂ ਖਿਆਲ ਰੱਖੋ। ਪਰਮਾਤਮਾ ਤੁਹਾਨੂੰ ਇਸ ਦਾ ਫਲ ਜ਼ਰੂਰ ਦੇਵੇਗਾ। ਚਾਚੀ ਨੇ ਦਿਖਾਵੇ ਦੇ ਲਈ ਮੈਨੂੰ ਆਪਣੇ ਨਾਲ ਰੱਖ ਲਿਆ, ਪਰ ਅਸਲੀਅਤ ਇਸ ਤੋਂ ਕੁਝ ਅਲੱਗ ਸੀ। ਮੇਰੇ ਹਾਲਾਤ ਬਦਲਣ ਵਾਲੇ ਸਨ। ਚਾਚੀ ਦੀਆਂ ਪਹਿਲਾਂ ਤੋਂ ਹੀ 2 ਬੇਟੀਆਂ ਸਨ ਅਤੇ ਉਹਨਾਂ ਨੂੰ ਮੇਰਾ ਬੋਝ ਭਾਰੀ ਲੱਗਣ ਲੱਗਿਆ। ਸ਼ੁਰੂ ਦੇ ਵਿੱਚ ਚਾਚਾ ਮੇਰਾ ਖਿਆਲ ਰੱਖਦੇ ਸਨ, ਖਾਣ ਪੀਣ ਦਾ, ਪਹਿਨਣ ਦਾ, ਮੇਰੀ ਪੜ੍ਹਾਈ ਲਿਖਾਈ ਦਾ, ਪਰ ਹੌਲੀ ਹੌਲੀ ਚਾਚੀ ਦੀਆਂ ਗੱਲਾਂ ਦੇ ਵਿੱਚ ਆ ਕੇ ਉਹਨਾਂ ਨੇ ਵੀ ਮੇਰਾ ਖਿਆਲ ਰੱਖਣਾ ਬੰਦ ਕਰ ਦਿੱਤਾ। ਹੁਣ ਤਾਂ ਚਾਚੀ ਨੇ ਮੇਰਾ ਸਕੂਲ ਵੀ ਛਡਵਾ ਦਿੱਤਾ ਸੀ। ਪਾਪਾ ਨੇ ਮੇਰੀ ਐਡਮਿਸ਼ਨ ਇੱਕ ਚੰਗੇ ਅਤੇ ਮਹਿੰਗੇ ਸਕੂਲ ਦੇ ਵਿੱਚ ਕਰਵਾਈ ਸੀ, ਪਰ ਚਾਚੀ ਨੇ ਮੇਰੀ ਐਡਮਿਸ਼ਨ ਸਰਕਾਰੀ ਸਕੂਲ ਦੇ ਵਿੱਚ ਕਰਵਾ ਦਿੱਤੀ, ਇਹ ਕਹਿੰਦੇ ਹੋਏ ਕਿ ਹੁਣ ਤੇਰੇ ਮਾਂ-ਬਾਪ ਤਾਂ ਹੈ ਨਹੀਂ ਅਤੇ ਅਸੀਂ ਤੁਹਾਡਾ ਇੰਨਾ ਬੋਝ ਨਹੀਂ ਚੱਕ ਸਕਦੇ। ਤੈਨੂੰ ਰੋਟੀ ਖਵਾਉਣਾ ਹੀ ਵੱਡੀ ਗੱਲ ਹੈ। ਉਸ ਦਿਨ ਮੈਂ ਬਹੁਤ ਜ਼ਿਆਦਾ ਰੋਈ ਸੀ, ਪਰ ਫਿਰ ਵੀ ਮੈਂ ਆਪਣੇ ਆਪ ਨੂੰ ਸੰਭਾਲ ਲਿਆ ਸੀ। ਪਾਪਾ ਦੇ ਆਫਿਸ ਦੇ ਵੱਲੋਂ ਜੋ ਵੀ ਫੰਡ ਮਿਲਿਆ ਉਸ ਨੂੰ ਚਾਚਾ ਨੇ ਆਪਣੇ ਕੋਲ ਰੱਖ ਲਿਆ, ਇਹ ਕਹਿ ਕੇ ਕਿ ਆਸਥਾ ਦੇ ਵਿਆਹ ਦੇ ਸਮੇਂ ਇਹ ਪੈਸੇ ਕੰਮ ਆਉਣਗੇ। ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਸੀ ਕਿ ਇਹ ਪੈਸੇ ਤੁਸੀਂ ਮੇਰੀ ਪੜ੍ਹਾਈ ਦੇ ਵਿੱਚ ਲਗਾ ਦਿਓ, ਮੇਰੇ ਵਿਆਹ ਦੀ ਚਿੰਤਾ ਨਾ ਕਰੋ, ਪਰ ਮੈਂ ਕੁਝ ਨਾ ਕਹਿ ਸਕੀ। ਜਿਵੇਂ ਹੀ ਮੈਂ ਕੁਝ ਕਹਿਣ ਦੀ ਕੋਸ਼ਿਸ਼ ਕਰਦੀ ਤਾਂ ਚਾਚੀ ਮੇਰੇ ਨਾਲ ਗੁੱਸੇ ਹੋ ਜਾਂਦੀ। ਮੈਂ ਆਪਣੇ ਹੰਝੂ ਪੀ ਕੇ ਸਭ ਕੁਝ ਸਹਿਣਾ ਸ਼ੁਰੂ ਕਰ ਦਿੱਤਾ ਅਤੇ ਹੌਲੀ ਹੌਲੀ ਮੈਂ ਵੱਡੀ ਹੁੰਦੀ ਗਈ। ਹੁਣ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਮੇਰੇ ਤੇ ਆ ਗਈਆਂ। ਚਾਚੀ ਦੀਆਂ ਦੋਨੋਂ ਬੇਟੀਆਂ ਸਧਾਰਨ ਦਿੱਖ ਵਾਲੀਆਂ ਸਨ, ਜਦੋਂ ਕਿ ਮੇਰਾ ਰੰਗ ਗੋਰਾ ਸੀ। ਅੱਖਾਂ ਵੱਡੀਆਂ ਵੱਡੀਆਂ ਤੇ ਚਮਕਦਾਰ ਸਨ, ਬਾਲ ਲੰਬੇ ਤੇ ਕਾਲੇ ਸਨ। ਮੈਂ ਬਹੁਤ ਸੁੰਦਰ ਸੀ, ਜਦੋਂ ਕਿ ਚਾਚੀ ਦੀਆਂ ਲੜਕੀਆਂ ਬ੍ਰਾਂਡਡ ਕਰੀਮਾਂ ਯੂਜ਼ ਕਰਦੀਆਂ, ਸ਼ੈਂਪੂ ਯੂਜ਼ ਕਰਦੀਆਂ, ਪਰ ਫਿਰ ਵੀ ਉਹਨਾਂ ਦੀ ਸ਼ਕਲ ਸੂਰਤ ਦੇ ਵਿੱਚ ਕੁਝ ਸੁਧਾਰ ਨਹੀਂ ਹੁੰਦਾ ਸੀ। ਅਤੇ ਇਹੀ ਕਾਰਨ ਸੀ ਕਿ ਚਾਚੀ ਮੈਨੂੰ ਹਰ ਆਉਣ ਜਾਣ ਵਾਲੇ ਦੇ ਸਾਹਮਣੇ ਨਹੀਂ ਆਉਣ ਦਿੰਦੀ ਸੀ, ਕਿਉਂਕਿ ਚਾਚੀ ਨੂੰ ਡਰ ਸੀ ਕਿ ਕਿਤੇ ਮੇਰੇ ਕਾਰਨ ਉਹਨਾਂ ਦੀਆਂ ਬੇਟੀਆਂ ਦੇ ਰਿਸ਼ਤੇ ਨਾ ਟੁੱਟ ਜਾਣ। ਅਤੇ ਅੱਜ ਵੀ ਚਾਚੀ ਦੀ ਭੈਣ ਅਤੇ ਉਹਨਾਂ ਦਾ ਬੇਟਾ ਘਰ ਆ ਰਹੇ ਸਨ, ਇਸ ਕਰਕੇ ਹੀ ਚਾਚੀ ਨੇ ਮੈਨੂੰ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਸੀ। ਚਾਚੀ ਦੀ ਭੈਣ ਇੱਕ ਬਹੁਤ ਜ਼ਿਆਦਾ ਅਮੀਰ ਔਰਤ ਸੀ ਅਤੇ ਉਹਨਾਂ ਦਾ ਬੇਟਾ ਯੂਰਪ ਦੇ ਵਿੱਚ ਆਪਣਾ ਬਿਜ਼ਨਸ ਕਰ ਰਿਹਾ ਸੀ। ਚਾਚੀ ਨੂੰ ਇਸ ਗੱਲ ਦਾ ਡਰ ਸੀ ਕਿ ਉਹਨਾਂ ਦਾ ਭਾਣਜਾ ਕਿਤੇ ਮੇਰੇ ਤੇ ਫਿਦਾ ਨਾ ਹੋ ਜਾਵੇ, ਅਤੇ ਜੇਕਰ ਇਸ ਤਰ੍ਹਾਂ ਹੋ ਜਾਂਦਾ ਤਾਂ ਮੈਂ ਜ਼ਮੀਨ ਤੋਂ ਉੱਠ ਕੇ ਅਸਮਾਨ ਤੇ ਪਹੁੰਚ ਜਾਂਦੀ, ਅਤੇ ਚਾਚੀ ਇਸ ਤਰ੍ਹਾਂ ਕਦੇ ਹੋਣ ਨਹੀਂ ਦੇਣਾ ਚਾਹੁੰਦੀ ਸੀ। ਉਹ ਇਹ ਗੱਲ ਕਿਵੇਂ ਬਰਦਾਸ਼ਤ ਕਰ ਲੈਂਦੀ ਕਿ ਜਿਸ ਦੇ ਨਾਲ ਉਹ ਨਫ਼ਰਤ ਕਰਦੀ ਹੈ, ਜਿਸ ਤੋਂ ਉਹ ਇੰਨਾ ਚਿੜਦੀ ਹੈ, ਉਹ ਉਹਨਾਂ ਦੀ ਭੈਣ ਦੇ ਘਰ ਦੇ ਵਿੱਚ ਬਹੂ ਬਣ ਕੇ ਚਲੀ ਜਾਵੇ ਅਤੇ ਐਸ਼ ਭਰੀ ਜ਼ਿੰਦਗੀ ਗੁਜ਼ਾਰੇ। ਪਰ ਉਹਨਾਂ ਨੇ ਮੈਨੂੰ ਆਪਣੀ ਭੈਣ ਤੇ ਉਹਨਾਂ ਦੇ ਪਰਿਵਾਰ ਦੇ ਸਾਹਮਣੇ ਜਾਣ ਤੋਂ ਮਨਾ ਕਰ ਦਿੱਤਾ ਸੀ। ਇਹਨਾਂ ਖਿਆਲਾਂ ਦੇ ਵਿੱਚ ਡੁੱਬੀ ਹੋਈ ਮੈਂ ਗੂੜੀ ਨੀਂਦ ਦੇ ਵਿੱਚ ਚਲੀ ਗਈ ਸੀ, ਅਤੇ ਜਦੋਂ ਮੇਰੀ ਅੱਖ ਖੁੱਲੀ ਤਾਂ ਸ਼ਾਮ ਦੇ 7 ਵੱਜ ਚੁੱਕੇ ਸਨ। ਜਦੋਂ ਮੈਂ ਕਮਰੇ ਦੇ ਵਿੱਚ ਆਈ ਤਾਂ 2 ਵਜੇ ਸਨ, ਮਤਲਬ ਕਿ ਮੈਂ ਪੂਰੇ 5 ਘੰਟੇ ਸੌਂ ਚੁੱਕੀ ਸੀ। ਘਬਰਾ ਕੇ ਮੈਂ ਜਲਦੀ ਦੇ ਨਾਲ ਉੱਠੀ ਅਤੇ ਬਿਨਾਂ ਸੋਚੇ ਸਮਝੇ ਕਿਚਨ ਦੇ ਵੱਲ ਭੱਜ ਪਈ, ਕਿਉਂਕਿ ਰਾਤ ਦੇ ਖਾਣੇ ਦੀ ਤਿਆਰੀ ਵੀ ਕਰਨੀ ਸੀ। ਭੱਜਦੀ ਅਚਾਨਕ ਮੈਂ ਕਿਸੇ ਸਖਤ ਚੀਜ਼ ਦੇ ਨਾਲ ਟਕਰਾ ਗਈ। ਇੱਕ ਪਲ ਦੇ ਲਈ ਤਾਂ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਮੈਂ ਕਿਸੇ ਪੱਥਰ ਦੇ ਨਾਲ ਟਕਰਾ ਗਈ ਹਾਂ। ਮੇਰੀਆਂ ਅੱਖਾਂ ਦੇ ਸਾਹਮਣੇ ਹਨੇਰਾ ਛਾ ਗਿਆ ਸੀ, ਅਤੇ ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਦੇਖਿਆ ਕਿ ਸਾਹਮਣੇ ਇੱਕ ਬਹੁਤ ਜ਼ਿਆਦਾ ਖੂਬਸੂਰਤ ਨੌਜਵਾਨ ਖੜਾ ਮੈਨੂੰ ਬਹੁਤ ਧਿਆਨ ਦੇ ਨਾਲ ਦੇਖ ਰਿਹਾ ਸੀ। ਹੱਸਦਾ ਹੋਇਆ ਬੋਲਿਆ, ਥੋੜਾ ਧਿਆਨ ਦੇ ਨਾਲ, ਕਿੱਧਰ ਤੁਸੀਂ ਟ੍ਰੇਨ ਦੀ ਤਰ੍ਹਾਂ ਭੱਜੇ ਜਾ ਰਹੇ ਹੋ? ਮੈਂ ਜਲਦੀ ਦੇ ਨਾਲ ਉਸ ਤੋਂ ਬਚ ਕੇ ਨਿਕਲਣ ਲੱਗੀ, ਪਰ ਉਹ ਫਿਰ ਤੋਂ ਮੇਰੇ ਸਾਹਮਣੇ ਆ ਗਿਆ। ਥੋੜਾ ਰੁਕੋ ਤਾਂ ਸਹੀ, ਤੁਹਾਡਾ ਨਾਮ ਕੀ ਹੈ? ਮੈਂ ਹੌਲੀ ਜਿਹੀ ਕਿਹਾ, ਆਸਥਾ, ਅਤੇ ਮੈਂ ਫਿਰ ਤੋਂ ਅੱਗੇ ਵਧਣ ਲੱਗੀ, ਪਰ ਉਹ ਫਿਰ ਤੋਂ ਮੇਰੇ ਅੱਗੇ ਆ ਕੇ ਖੜਾ ਹੋ ਗਿਆ। ਆਸਥਾ ਬਹੁਤ ਪਿਆਰਾ ਨਾਮ ਹੈ, ਤੁਸੀਂ ਬਹੁਤ ਪਿਆਰੇ ਹੋ, ਪਰ ਮੈਂ ਦੁਪਹਿਰ ਤੋਂ ਇੱਥੇ ਹੀ ਹਾਂ, ਮੈਂ ਤੁਹਾਨੂੰ ਦੇਖਿਆ ਨਹੀਂ। ਤੁਸੀਂ ਕੌਣ ਹੋ? ਮੈਂ ਹੌਲੀ ਜਿਹੀ ਕਿਹਾ ਕਿ ਇਹ ਮੇਰੇ ਚਾਚਾ ਜੀ ਦਾ ਘਰ ਹੈ। ਉਹ ਅੱਛਾ, ਮੈਂ ਹੁਣ ਸਮਝਿਆ। ਉਹ ਹੱਸਿਆ ਅਤੇ ਮੈਂ ਜਲਦੀ ਦੇ ਨਾਲ ਕਿਚਨ ਦੇ ਵਿੱਚ ਚਲੀ ਗਈ। ਮੈਨੂੰ ਉਸ ਦੀਆਂ ਘੂਰਦੀਆਂ ਹੋਈਆਂ ਨਜ਼ਰਾਂ ਦਾ ਅਹਿਸਾਸ ਹੁਣ ਹੋ ਰਿਹਾ ਸੀ ਅਤੇ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗਿਆ ਸੀ। ਉਸ ਦੀਆਂ ਅੱਖਾਂ ਦੇ ਵਿੱਚ ਕੁਝ ਸੀ ਜੋ ਮੈਨੂੰ ਪਰੇਸ਼ਾਨ
ਕਰ ਰਿਹਾ ਸੀ। ਇੰਨੇ ਸਮੇਂ ਦੇ ਵਿੱਚ ਚਾਚੀ ਵੀ ਕਿਚਨ ਦੇ ਵਿੱਚ ਆ ਗਈ ਸੀ ਅਤੇ ਮੇਰਾ ਡਰ ਹੋਰ ਵੀ ਵੱਧ ਗਿਆ ਸੀ। ਚਾਚੀ, ਮੈਨੂੰ ਨਹੀਂ ਪਤਾ ਸੀ ਕਿ ਉਹ ਲੋਕ ਅਜੇ ਵੀ ਇੱਥੇ ਹਨ, ਨਹੀਂ ਤਾਂ ਮੈਂ ਕਮਰੇ ਦੇ ਵਿੱਚੋਂ ਨਹੀਂ ਨਿਕਲਦੀ। ਮੈਂ ਘਬਰਾਈ ਹੋਈ ਨੇ ਕਿਹਾ। ਚਾਚੀ ਨੇ ਕਿਹਾ, ਠੀਕ ਹੈ, ਵੈਸੇ ਵੀ ਮੈਂ ਤੁਹਾਨੂੰ ਆਵਾਜ਼ ਮਾਰਨ ਹੀ ਵਾਲੀ ਸੀ। ਇਹ ਲੋਕ 2-3 ਦਿਨ ਇੱਥੇ ਰਹਿਣਗੇ ਅਤੇ ਤੂੰ ਇੰਨੇ ਦਿਨਾਂ ਤੱਕ ਕਮਰੇ ਦੇ ਵਿੱਚ ਬੰਦ ਹੋ ਕੇ ਨਹੀਂ ਰਹਿ ਸਕਦੀ। ਜੇਕਰ ਤੂੰ ਕਮਰੇ ਦੇ ਵਿੱਚ ਬੰਦ ਰਹੇਗੀ ਤਾਂ ਸਾਰਾ ਕੰਮ ਕੌਣ ਸੰਭਾਲੇਗਾ? ਅੱਛਾ, ਤਾਂ ਹੁਣ ਜਲਦੀ ਹੱਥ ਚਲਾ, ਰਾਤ ਦੇ ਖਾਣੇ ਦੀ ਤਿਆਰੀ ਕਰ। ਮੈਂ ਸੁੱਖ ਦਾ ਸਾਹ ਲਿਆ ਅਤੇ ਜਲਦੀ ਦੇ ਨਾਲ ਖਾਣੇ ਦੀ ਤਿਆਰੀ ਦੇ ਵਿੱਚ ਲੱਗ ਗਈ। ਪਰ ਅਗਲੇ 3 ਦਿਨ ਮੇਰੇ ਲਈ ਬਹੁਤ ਮੁਸ਼ਕਲ ਭਰੇ ਸਨ, ਕਿਉਂਕਿ ਚਾਚੀ ਦਾ ਭਾਣਜਾ, ਜਿਸ ਦਾ ਨਾਮ ਆਰੀਅਨ ਸੀ, ਹਰ ਸਮੇਂ ਮੇਰੇ ਵੱਲ ਹੀ ਦੇਖਦਾ ਰਹਿੰਦਾ ਸੀ। ਮੈਂ ਪੂਰੀ ਕੋਸ਼ਿਸ਼ ਕਰਦੀ ਕਿ ਮੈਂ ਉਸ ਤੋਂ ਦੂਰ ਰਹਾਂ, ਪਰ ਉਹ ਹਰ ਇੱਕ ਜਗ੍ਹਾ ਤੇ ਪਹੁੰਚ ਜਾਂਦਾ। ਜਦੋਂ ਮੈਂ ਕਿਚਨ ਦੇ ਵਿੱਚ ਹੁੰਦੀ ਤਾਂ ਉਹ ਬਹਾਨੇ ਦੇ ਨਾਲ ਕਿਚਨ ਦੇ ਵਿੱਚ ਆ ਜਾਂਦਾ। ਮੈਂ ਛੱਤ ਤੇ ਹੁੰਦੀ ਤਾਂ ਉਹ ਬਹਾਨੇ ਦੇ ਨਾਲ ਛੱਤ ਤੇ ਆ ਜਾਂਦਾ। ਇੱਕ ਦਿਨ ਮੈਂ ਛੱਤ ਤੇ ਸੀ, ਉਹ ਵੀ ਮੇਰੇ ਪਿੱਛੇ ਆ ਗਿਆ। ਜਿਵੇਂ ਹੀ ਮੈਂ ਉਸ ਨੂੰ ਦੇਖਿਆ ਤਾਂ ਮੈਂ ਜਲਦੀ ਦੇ ਨਾਲ ਹੇਠਾਂ ਜਾਣ ਲੱਗੀ, ਪਰ ਉਸ ਨੇ ਅੱਗੇ ਵੱਧ ਕੇ ਮੇਰਾ ਹੱਥ ਫੜ ਲਿਆ। ਮੈਨੂੰ ਬਹੁਤ ਜ਼ਿਆਦਾ ਗੁੱਸਾ ਆਇਆ। ਮੈਂ ਕਿਹਾ, ਹੱਥ ਛੱਡੋ ਮੇਰਾ, ਪਰ ਉਹ ਮੁਸਕਰਾਉਂਦਾ ਹੋਇਆ ਮੇਰੇ ਹੋਰ ਵੀ ਨੇੜੇ ਆ ਗਿਆ। ਕਹਿਣ ਲੱਗਿਆ, ਕਿਉਂ ਛੱਡਾਂ, ਅਤੇ ਜੇ ਨਾ ਵੀ ਛੱਡਾਂਗਾ ਤਾਂ ਕੀ ਕਰੇਗੀ? ਰੌਲਾ ਪਾਵੇਂਗੀ? ਤਾਂ ਠੀਕ ਹੈ, ਰੌਲਾ ਪਾਓ। ਅੱਛਾ ਹੈ, ਸਭ ਨੂੰ ਪਤਾ ਲੱਗ ਜਾਵੇਗਾ ਕਿ ਅਸੀਂ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ। ਮੈਂ ਉਸ ਨੂੰ ਹੈਰਾਨੀ ਦੇ ਨਾਲ ਦੇਖਿਆ ਸੀ। ਮੈਂ ਕਿਹਾ, ਇਹ ਕੀ ਬਕਵਾਸ ਕਰ ਰਹੇ ਹੋ ਤੁਸੀਂ? ਕਹਿਣ ਲੱਗਿਆ, ਬਕਵਾਸ ਨਹੀਂ ਕਰ ਰਿਹਾ, ਸੱਚਮੁੱਚ ਤੁਸੀਂ ਮੈਨੂੰ ਆਪਣਾ ਦੀਵਾਨਾ ਬਣਾ ਲਿਆ ਹੈ। ਸੌਂਦੇ ਉੱਠਦੇ ਹਰ ਸਮੇਂ ਤੁਹਾਡਾ ਚਿਹਰਾ ਮੇਰੀਆਂ ਅੱਖਾਂ ਦੇ ਸਾਹਮਣੇ ਘੁੰਮਦਾ ਰਹਿੰਦਾ ਹੈ। ਇੰਨੇ ਹੀ ਸਮੇਂ ਦੇ ਵਿੱਚ ਮੈਨੂੰ ਪੌੜੀਆਂ ਤੋਂ ਕਿਸੇ ਦੇ ਉੱਪਰ ਚੜ੍ਹਨ ਦੀ ਆਵਾਜ਼ ਆ ਰਹੀ ਸੀ। ਮੈਂ ਘਬਰਾ ਕੇ ਪਿੱਛੇ ਮੁੜੀ ਤਾਂ ਮੈਂ ਸਿੱਧੀਆਂ ਆਰੀਅਨ ਦੀਆਂ ਬਾਹਾਂ ਦੇ ਵਿੱਚ ਡਿੱਗ ਗਈ ਸੀ ਅਤੇ ਉਸੇ ਸਮੇਂ ਹੀ ਆਰੀਅਨ ਦੀ ਮਾਂ ਉੱਤੇ ਛੱਤ ਤੇ ਆ ਚੁੱਕੀ ਸੀ ਅਤੇ ਉਹਨਾਂ ਨੇ ਜੋ ਦੇਖਿਆ ਉਹ ਇਹ ਸੀ ਕਿ ਮੈਂ ਆਰੀਅਨ ਦੀਆਂ ਬਾਹਾਂ ਦੇ ਵਿੱਚ ਸੀ ਅਤੇ ਉਹ ਮੈਨੂੰ ਸੰਭਾਲੀ ਖੜਾ ਸੀ। ਆਰੀਅਨ ਦੀ ਮਾਂ ਇਹ ਸਭ ਕੁਝ ਦੇਖ ਕੇ ਹੈਰਾਨ ਹੋ ਗਈ ਸੀ। ਮੈਂ ਜਲਦੀ ਨਾਲ ਆਪਣੇ ਆਪ ਨੂੰ ਸੰਭਾਲ ਕੇ ਆਰੀਅਨ ਤੋਂ ਦੂਰ ਹੋ ਗਈ, ਪਰ ਮੈਂ ਬਹੁਤ ਜ਼ਿਆਦਾ ਘਬਰਾ ਚੁੱਕੀ ਸੀ। ਮੈਂ ਕਿਹਾ, ਆਂਟੀ ਜੀ, ਤੁਸੀਂ ਗਲਤ ਸਮਝ ਰਹੇ ਹੋ, ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀ। ਮੈਂ ਤਾਂ ਬਸ, ਮੇਰੀ ਗੱਲ ਅਜੇ ਪੂਰੀ ਵੀ ਨਹੀਂ ਹੋਈ ਸੀ ਕਿ ਆਰੀਅਨ ਦੀ ਮਾਂ ਨੇ ਮੇਰੇ ਮੂੰਹ ਤੇ ਇੱਕ ਜ਼ੋਰਦਾਰ ਥੱਪੜ ਮਾਰ ਦਿੱਤਾ। ਕਹਿਣ ਲੱਗੀ, ਤੇਰੇ ਵਰਗੀਆਂ ਲੜਕੀਆਂ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ। ਅਮੀਰ ਅਤੇ ਖੂਬਸੂਰਤ ਲੜਕੇ ਦੇਖ ਕੇ ਉਹਨਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕਰਨ ਲੱਗਦੀਆਂ ਹਨ। ਅਤੇ ਆਰੀਅਨ, ਤੁਸੀਂ ਕੀ ਕਰ ਰਹੇ ਹੋ ਇੱਥੇ? ਚਲੋ ਹੇਠਾਂ। ਆਰੀਅਨ ਨੇ ਇੱਕ ਸ਼ਬਦ ਵੀ ਨਹੀਂ ਕਿਹਾ ਸੀ। ਮੈਂ ਸੋਚਿਆ ਸੀ ਕਿ ਉਹ ਮੇਰੇ ਬਚਾਵ ਦੇ ਵਿੱਚ ਕੁਝ ਤਾਂ ਕਹੇਗਾ, ਪਰ ਉਸਨੇ ਚੁੱਪਚਾਪ ਸਿਰ ਝੁਕਾ ਲਿਆ ਸੀ ਅਤੇ ਹੇਠਾਂ ਚਲਾ ਗਿਆ। ਜੋ ਮੇਰੇ ਦਿਲ ਦੇ ਵਿੱਚ ਆਰੀਅਨ ਦੇ ਲਈ ਹਲਕਾ ਜਿਹਾ ਅਹਿਸਾਸ ਪੈਦਾ ਹੋਇਆ ਸੀ, ਉਹ ਉੱਥੇ ਹੀ ਦਮ ਤੋੜ ਗਿਆ। ਜੋ ਲੜਕਾ ਆਪਣੀ ਮਾਂ ਦੇ ਸਾਹਮਣੇ ਮੇਰੇ ਲਈ ਇੱਕ ਸ਼ਬਦ ਵੀ ਨਾ ਬੋਲ ਸਕਿਆ, ਉਹ ਮੇਰੇ ਦਿਲ ਦੇ ਵਿੱਚ ਕੋਈ ਜਗ੍ਹਾ ਨਹੀਂ ਬਣਾ ਸਕਦਾ ਸੀ। ਅਜਿਹਾ ਲੜਕਾ ਮੈਨੂੰ ਕੀ ਅੱਗੇ ਜਾ ਕੇ ਸਮਾਜ ਦੇ ਵਿੱਚ ਇੱਜ਼ਤ ਅਤੇ ਸਨਮਾਨ ਦਿਵਾ ਸਕਦਾ ਸੀ। ਜਦੋਂ ਇਹ ਗੱਲ ਚਾਚੀ ਨੂੰ ਪਤਾ ਲੱਗੀ ਤਾਂ ਦੋਨੋਂ ਭੈਣਾਂ ਮੇਰੇ ਕਮਰੇ ਦੇ ਵਿੱਚ ਆ ਗਈਆਂ ਸਨ। ਚਾਚੀ ਨੇ ਗੁੱਸੇ ਦੇ ਵਿੱਚ ਆ ਕੇ ਮੈਨੂੰ ਬਾਲਾਂ ਤੋਂ ਫੜ ਲਿਆ ਸੀ। ਕਹਿਣ ਲੱਗੀ, ਤੇਰੀ ਹਿੰਮਤ ਕਿਵੇਂ ਹੋਈ ਆਰੀਅਨ ਤੇ ਆਪਣੇ ਜਾਲ ਪਾਉਣ ਦੀ? ਆਰੀਅਨ ਦੇ ਸੁਪਨੇ ਆਪਣੀਆਂ ਅੱਖਾਂ ਦੇ ਵਿੱਚੋਂ ਕੱਢ ਦੇ ਅਤੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦੇ। ਮੈਂ ਤੇਰਾ ਵਿਆਹ ਕਰ ਰਹੀ ਹਾਂ, ਤੇਰੇ ਲਈ ਲੜਕਾ ਵੀ ਦੇਖ ਲਿਆ ਹੈ। ਇਹ ਕਹਿ ਕੇ ਚਾਚੀ ਨੇ ਮੈਨੂੰ ਜ਼ੋਰ ਦੀ ਧੱਕਾ ਦਿੱਤਾ ਸੀ। ਕਹਿਣ ਲੱਗੀ, ਆਪਣੀ ਮਾਂ ਦੇ ਕਦਮਾਂ ਤੇ ਚੱਲ ਰਹੀ ਹੈ। ਤੇਰੀ ਮਾਂ ਨੇ ਵੀ ਮੇਰੇ ਦਿਓਰ ਨੂੰ ਫਸਾ ਕੇ ਉਸਦੇ ਨਾਲ ਵਿਆਹ ਕੀਤਾ ਸੀ ਅਤੇ ਹੁਣ ਤੂੰ ਵੀ ਮੇਰੇ ਭਾਣਜੇ ਨੂੰ ਆਪਣੇ ਜਾਲ ਦੇ ਵਿੱਚ ਫਸਾ ਰਹੀ ਹੈ, ਪਰ ਮੈਂ ਅਜਿਹਾ ਬਿਲਕੁਲ ਵੀ ਨਹੀਂ ਹੋਣ ਦਿਆਂਗੀ। ਅਤੇ ਉਹ ਫਿਰ ਕਮਰੇ ਦੇ ਵਿੱਚੋਂ ਬਾਹਰ ਚਲੀ ਗਈ ਸੀ ਅਤੇ ਮੈਂ ਉੱਥੇ ਹੀ ਬੈੱਡ ਤੇ ਬੈਠ ਕੇ ਰੋਣ ਲੱਗੀ ਸੀ। ਮੇਰੇ ਪਾਪਾ ਅਤੇ ਮੇਰੀ ਮਾਂ ਦੀ ਲਵ ਮੈਰਿਜ ਹੋਈ ਸੀ ਅਤੇ ਚਾਚੀ ਹਰ ਵਾਰ ਮੈਨੂੰ ਇਸ ਗੱਲ ਦਾ ਤਾਨਾ ਦਿੰਦੀ ਸੀ। ਚਾਚੀ ਬਸ ਮੇਰਾ ਵਿਆਹ ਕਰ ਰਹੀ ਸੀ। ਪਤਾ ਨਹੀਂ ਉਹ ਕੌਣ ਹੋਵੇਗਾ, ਕਿਸ ਤਰ੍ਹਾਂ ਦਾ ਹੋਵੇਗਾ। ਮੇਰੇ ਵਿਆਹ ਦੀ ਖਬਰ ਸ਼ਾਇਦ ਆਰੀਅਨ ਤੱਕ ਵੀ ਪਹੁੰਚ ਗਈ ਸੀ ਅਤੇ ਉਹ ਜਲਦੀ ਨਾਲ ਮੇਰੇ ਕਮਰੇ ਦੇ ਵਿੱਚ ਆਈ ਸੀ। ਆਰੀਅਨ ਦੇ ਕਮਰੇ ਦੇ ਵਿੱਚ ਆਉਂਦੇ ਹੀ ਮੈਨੂੰ ਬਹੁਤ ਗੁੱਸਾ ਆਇਆ। ਕਹਿਣ ਲੱਗਿਆ, ਆਸਤਾ, ਤੂੰ ਇਹ ਕੀ ਕਰ ਰਹੀ ਹੈ? ਆਪਣੀ ਚਾਚੀ ਨੂੰ ਮਨਾ ਕਰ ਦਿਓ ਪਲੀਜ਼, ਮੈਂ ਤੁਹਾਨੂੰ ਬਹੁਤ ਚਾਹੁੰਦਾ ਹਾਂ। ਮੇਰੇ ਤੋਂ ਗਲਤੀ ਹੋ ਗਈ, ਮੈਂ ਤੁਹਾਡੇ ਤੋਂ ਮਾਫੀ ਮੰਗਣ ਆਇਆ ਹਾਂ। ਮੈਨੂੰ ਤੁਹਾਡਾ ਸਾਥ ਚਾਹੀਦਾ ਸੀ ਕਿ ਤੁਹਾਡੀ ਗਲਤੀ ਨਹੀਂ ਸੀ, ਪਰ ਮੈਂ ਕੀ ਕਰਾਂ? ਮੈਂ ਮਾਂ ਦੇ ਸਾਹਮਣੇ ਕੁਝ ਬੋਲ ਹੀ ਨਹੀਂ ਸਕਦਾ ਸੀ। ਮੈਂ ਆਰੀਅਨ ਦੇ ਵੱਲ ਧਿਆਨ ਨਾਲ ਦੇਖਿਆ। ਉਸ ਦੇ ਵਿੱਚ ਦਰਦ, ਨਿਰਾਸ਼ਾ ਅਤੇ ਟੁੱਟੇ ਹੋਏ ਸੁਪਨੇ ਦੀ ਝਲਕ ਸੀ। ਮੈਂ ਉਸ ਨੂੰ ਗੁੱਸੇ ਦੇ ਨਾਲ ਕਿਹਾ ਕਿ ਹੁਣ ਤੁਹਾਡੀ ਇਸ ਮਾਫੀ ਦਾ ਕੋਈ ਮਤਲਬ ਨਹੀਂ ਬਣਦਾ। ਤੁਸੀਂ ਮੇਰੀ ਇੱਜ਼ਤ ਦੇ ਲਈ ਇੱਕ ਸ਼ਬਦ ਵੀ ਨਹੀਂ ਬੋਲਿਆ। ਤੁਸੀਂ ਮੇਰੇ ਨਾਲ ਪਿਆਰ ਦੇ ਦਾਅਵੇ ਕਰਦੇ ਸੀ, ਪਰ ਜਦੋਂ ਸਮਾਂ ਆਇਆ ਤਾਂ ਤੁਸੀਂ ਮੇਰੇ ਲਈ ਕੁਝ ਵੀ ਨਹੀਂ ਕੀਤਾ। ਤੁਸੀਂ ਮੈਨੂੰ ਪੂਰੀ ਦੁਨੀਆ ਦੇ ਸਾਹਮਣੇ ਬਦਨਾਮ ਕਰ ਦਿੱਤਾ। ਅੱਜ ਮੈਂ ਜਿਨ੍ਹਾਂ ਤਕਲੀਫਾਂ ਦੇ ਵਿੱਚੋਂ ਲੰਘ ਰਹੀ ਹਾਂ, ਉਸ ਦੇ ਜ਼ਿੰਮੇਵਾਰ ਸਿਰਫ
ਤੁਸੀਂ ਹੋ। ਆਰੀਅਨ ਨੇ ਮੇਰਾ ਹੱਥ ਫੜ ਲਿਆ ਤੇ ਮਿੰਨਤਾਂ ਕਰਦਾ ਹੋਇਆ ਕਹਿਣ ਲੱਗਿਆ, ਆਸਥਾ ਪਲੀਜ਼ ਮੈਨੂੰ ਮਾਫ਼ ਕਰ ਦਿਓ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਵਿਆਹ ਤੋਂ ਬਾਅਦ ਸਭ ਕੁਝ ਠੀਕ ਹੋ ਜਾਵੇਗਾ। ਮੈਂ ਪੂਰੇ ਮਨ ਦੇ ਨਾਲ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ। ਮੈਂ ਆਪਣੀ ਮਾਂ ਦੇ ਨਾਲ ਗੱਲ ਕਰਾਂਗਾ ਅਤੇ ਸਭ ਕੁਝ ਠੀਕ ਹੋ ਜਾਵੇਗਾ। ਪਰ ਹੁਣ ਮੇਰੀ ਸਹਿਣ ਸ਼ਕਤੀ ਟੁੱਟ ਚੁੱਕੀ ਸੀ। ਮੈਂ ਆਪਣਾ ਹੱਥ ਉਸ ਤੋਂ ਛੁਡਵਾਇਆ ਅਤੇ ਗੁੱਸੇ ਦੇ ਵਿੱਚ ਕਿਹਾ, ਨਿਕਲ ਜਾਓ ਮੇਰੇ ਕਮਰੇ ਤੋਂ ਬਾਹਰ ਆਰੀਅਨ। ਮੈਂ ਹੁਣ ਕੋਈ ਹੋਰ ਤਮਾਸ਼ਾ ਨਹੀਂ ਖੜਾ ਕਰਨਾ ਚਾਹੁੰਦੀ। ਤੁਸੀਂ ਜਿਸ ਤਰ੍ਹਾਂ ਮੈਨੂੰ ਬੇਇੱਜ਼ਤ ਕੀਤਾ ਹੈ ਉਸ ਤੋਂ ਬਾਅਦ ਮੇਰੇ ਮਨ ਦੇ ਵਿੱਚ ਤੁਹਾਡੇ ਲਈ ਕੁਝ ਵੀ ਬਾਕੀ ਨਹੀਂ ਬਚਿਆ ਹੈ। ਆਰੀਅਨ ਕੁਝ ਹੋਰ ਵੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਗੁੱਸੇ ਦੇ ਵਿੱਚ ਆ ਕੇ ਮੈਂ ਉਸਦੇ ਪੱਲੋਂ ਮੂੰਹ ਫੇਰ ਲਿਆ ਸੀ ਅਤੇ ਉਹ ਚੁੱਪਚਾਪ ਕਮਰੇ ਤੋਂ ਬਾਹਰ ਚਲਾ ਗਿਆ ਸੀ ਅਤੇ ਮੈਂ ਉੱਥੇ ਹੀ ਬੈੱਡ ਤੇ ਬੈਠ ਕੇ ਉੱਚੀ ਉੱਚੀ ਰੋਣ ਲੱਗੀ ਸੀ। ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਮੇਰੀ ਕਿਸਮਤ ਕਿੱਥੇ ਲੈ ਕੇ ਜਾਵੇਗੀ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰੀ ਜ਼ਿੰਦਗੀ ਇਸ ਤਰ੍ਹਾਂ ਇੱਕ ਪਲ ਦੇ ਵਿੱਚ ਹੀ ਬਦਲ ਜਾਵੇਗੀ। ਅਗਲੇ ਦਿਨ ਚਾਚਾ ਚਾਚੀ ਅਤੇ ਆਰੀਅਨ ਅਤੇ ਉਸਦੀ ਮਾਂ ਕਮਰੇ ਦੇ ਵਿੱਚ ਆਈ। ਮੈਂ ਚੁੱਪਚਾਪ ਚਾਚੇ ਦੇ ਮੂੰਹ ਦੇ ਵੱਲ ਦੇਖ ਰਹੀ ਸੀ। ਚਾਚਾ ਜੀ ਨੇ ਮੈਨੂੰ ਆਪਣੇ ਕੋਲ ਬੁਲਾ ਕੇ ਕਿਹਾ, ਆਸਥਾ ਤੁਹਾਡੀ ਚਾਚੀ ਦਾ ਕਹਿਣਾ ਹੈ ਕਿ ਤੁਸੀਂ ਆਰੀਅਨ ਨੂੰ ਆਪਣੇ ਜਾਲ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਕੀ ਸੱਚ ਹੈ? ਜੇਕਰ ਇਹ ਸੱਚ ਹੈ ਤਾਂ ਮੈਂ ਇਸ ਰਿਸ਼ਤੇ ਦੇ ਬਾਰੇ ਸੋਚ ਸਕਦਾ ਹਾਂ, ਪਰ ਜੇਕਰ ਨਹੀਂ ਤਾਂ ਮੈਂ ਤੁਹਾਨੂੰ ਕੋਈ ਵੀ ਜ਼ਬਰਦਸਤੀ ਰਿਸ਼ਤਾ ਜੋੜਨ ਦੇ ਲਈ ਨਹੀਂ ਕਹਾਂਗਾ। ਵੈਸੇ ਆਸਥਾ ਬੇਟਾ, ਇਸ ਰਿਸ਼ਤੇ ਦੇ ਵਿੱਚ ਕੋਈ ਬੁਰਾਈ ਨਹੀਂ ਹੈ ਕਿਉਂਕਿ ਆਰੀਅਨ ਵੀ ਮੇਰਾ ਦੇਖਿਆ ਹੋਇਆ ਬੱਚਾ ਹੈ ਅਤੇ ਤੁਸੀਂ ਵੀ ਮੇਰੀ ਸਕੀ ਭਤੀਜੀ ਹੋ। ਜੇਕਰ ਰਿਸ਼ਤਾ ਜੁੜ ਜਾਂਦਾ ਹੈ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ, ਪਰ ਜੇਕਰ ਤੁਹਾਡਾ ਮਨ ਨਹੀਂ ਹੈ ਤਾਂ ਮੈਂ ਕੋਈ ਵੀ ਦਬਾਅ ਨਹੀਂ ਪਾਵਾਂਗਾ। ਆਰੀਅਨ ਦੀ ਮਾਂ ਨੇ ਚਾਚਾ ਜੀ ਦੀਆਂ ਗੱਲਾਂ ਤੇ ਗੁੱਸੇ ਹੁੰਦੇ ਹੋਏ ਕਿਹਾ ਕਿ ਇਹ ਲੜਕੀ ਮੇਰੇ ਬੇਟੇ ਨਾਲ ਪਿਆਰ ਕਿਵੇਂ ਕਰ ਸਕਦੀ ਹੈ? ਇਹ ਸਭ ਕੁਝ ਨਾਟਕ ਹੈ। ਆਰੀਅਨ ਸੱਚ ਦੱਸੋ, ਕੀ ਤੁਸੀਂ ਇਸ ਲੜਕੀ ਦੇ ਨਾਲ ਪਿਆਰ ਕਰਦੇ ਹੋ ਜਾਂ ਨਹੀਂ? ਆਪਣੀ ਮਾਂ ਦੀਆਂ ਨਜ਼ਰਾਂ ਦੇ ਵਿੱਚ ਗੁੱਸਾ ਦੇਖ ਕੇ ਆਰੀਅਨ ਨੇ ਕਿਹਾ, ਨਹੀਂ ਮਾਂ, ਮੈਂ ਆਸਥਾ ਦੇ ਨਾਲ ਪਿਆਰ ਨਹੀਂ ਕਰਦਾ, ਬਲਕਿ ਆਸਥਾ ਮੈਨੂੰ ਪਿਆਰ ਕਰਦੀ ਹੈ। ਮੈਂ ਵੀ ਸੋਚਿਆ ਕਿ ਲੜਕੀ ਚੰਗੀ ਹੈ, ਇਸ ਕਰਕੇ ਵਿਆਹ ਦੇ ਵਿੱਚ ਕੋਈ ਬੁਰਾਈ ਨਹੀਂ ਹੈ। ਜੇਕਰ ਤੁਹਾਨੂੰ ਆਸਥਾ ਪਸੰਦ ਨਹੀਂ ਤਾਂ ਮੈਂ ਵੀ ਇਸ ਰਿਸ਼ਤੇ ਦੇ ਖਿਲਾਫ ਹਾਂ। ਆਰੀਅਨ ਦੀ ਇਹ ਗੱਲ ਸੁਣ ਕੇ ਮੇਰਾ ਦਿਲ ਟੁੱਟ ਗਿਆ ਸੀ। ਉਹ ਹੀ ਆਰੀਅਨ ਜਿਸ ਨੇ ਮੇਰੇ ਨਾਲ ਪਿਆਰ ਦਾ ਵਾਅਦਾ ਕੀਤਾ ਸੀ, ਹੁਣ ਉਹ ਆਪਣੇ ਸ਼ਬਦਾਂ ਤੋਂ ਮੁੱਕਰ ਰਿਹਾ ਸੀ। ਉਸਨੇ ਮੇਰੀ ਇੱਜ਼ਤ ਦੇ ਨਾਲ ਖੇਡਿਆ। ਹੁਣ ਉਹ ਆਪਣੀ ਮਾਂ ਦੀ ਮਰਜ਼ੀ ਦੇ ਸਾਹਮਣੇ ਝੁਕ ਗਿਆ ਸੀ। ਮੈਂ ਬਹੁਤ ਹਿੰਮਤ ਇਕੱਠੀ ਕਰਕੇ ਚਾਚਾ ਦੇ ਸਾਹਮਣੇ ਕਿਹਾ ਕਿ ਚਾਚਾ, ਮੈਂ ਆਰੀਅਨ ਦੇ ਨਾਲ ਪਿਆਰ ਨਹੀਂ ਕਰਦੀ ਅਤੇ ਨਾ ਹੀ ਉਸਦੇ ਨਾਲ ਮੈਂ ਵਿਆਹ ਕਰਨਾ ਚਾਹੁੰਦੀ ਹਾਂ। ਤੁਸੀਂ ਜਿੱਥੇ ਵੀ ਚਾਹੋ ਮੇਰਾ ਵਿਆਹ ਕਰ ਦਿਓ, ਮੈਂ ਉਸਨੂੰ ਸਵੀਕਾਰ ਕਰ ਲਵਾਂਗੀ। ਮੇਰੇ ਇਸ ਫੈਸਲੇ ਤੇ ਆਰੀਅਨ ਦੇ ਚਿਹਰੇ ਦਾ ਰੰਗ ਉੱਡ ਗਿਆ ਸੀ, ਪਰ ਚਾਚੀ ਅਤੇ ਉਸ ਦੀ ਮਾਂ ਦੇ ਚਿਹਰੇ ਤੇ ਸਕੂਨ ਉਤਰ ਆਇਆ ਸੀ। ਚਾਚਾ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਕਿਹਾ, ਠੀਕ ਹੈ ਆਸਥਾ, ਇੱਕ ਲੜਕਾ ਤੁਹਾਨੂੰ ਦੇਖਣ ਦੇ ਲਈ ਆ ਰਿਹਾ ਹੈ। ਉਸਦਾ ਨਾਮ ਕਬੀਰ ਹੈ। ਜੇਕਰ ਪਰਮਾਤਮਾ ਨੇ ਚਾਹਿਆ ਤਾਂ 2-3 ਦਿਨਾਂ ਦੇ ਵਿੱਚ ਤੁਹਾਡਾ ਵਿਆਹ ਕਰ ਦਿਆਂਗਾ। ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ? ਹੰਝੂਆਂ ਨੂੰ ਪੂੰਝਦੇ ਹੋਏ ਮੈਂ ਜਵਾਬ ਦਿੱਤਾ, ਨਹੀਂ ਚਾਚਾ, ਮੈਨੂੰ ਕੋਈ ਇਤਰਾਜ਼ ਨਹੀਂ ਹੈ। ਇਹ ਕਹਿ ਕੇ ਮੈਂ ਆਪਣੇ ਕਮਰੇ ਦੇ ਵਿੱਚ ਆ ਗਈ ਸੀ। ਮੈਨੂੰ ਪਤਾ ਸੀ ਕਿ ਆਰੀਅਨ ਆਖਰੀ ਵਾਰ ਮੈਨੂੰ ਮਿਲਣ ਦੇ ਲਈ ਜ਼ਰੂਰ ਆਵੇਗਾ। ਉਹ ਮੇਰੀਆਂ ਮਿੰਨਤਾਂ ਕਰੇਗਾ, ਮੈਨੂੰ ਵਿਆਹ ਕਰਨ ਤੋਂ ਇਨਕਾਰ ਕਰਨ ਦੇ ਲਈ ਕਹੇਗਾ, ਪਰ ਮੈਂ ਜਾਣਦੀ ਸੀ ਕਿ ਉਹ ਇੱਕ ਕਮਜ਼ੋਰ ਇਨਸਾਨ ਹੈ ਜੋ ਆਪਣੇ ਫੈਸਲੇ ਖੁਦ ਲੈ ਹੀ ਨਹੀਂ ਸਕਦਾ। ਉਹ ਆਪਣੀ ਮਾਂ ਦਾ ਗੁਲਾਮ ਹੈ ਅਤੇ ਜਿਵੇਂ ਮੈਂ ਸੋਚਿਆ ਸੀ ਉਸ ਤਰ੍ਹਾਂ ਹੀ ਹੋਇਆ ਸੀ। ਇੱਕ ਦਿਨ ਆਰੀਅਨ ਮੇਰੇ ਕੋਲ ਆਇਆ। ਮੈਂ ਉਸਨੂੰ ਦੇਖਦੇ ਹੀ ਆਪਣਾ ਮੂੰਹ ਫੇਰ ਲਿਆ ਸੀ। ਕਹਿਣ ਲੱਗਿਆ, ਆਸਥਾ, ਇਹ ਤੁਸੀਂ ਕੀ ਕਰ ਰਹੇ ਹੋ? ਪਲੀਜ਼ ਆਪਣੇ ਚਾਚਾ ਨੂੰ ਮਨਾ ਕਰ ਦਿਓ। ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦਾ। ਮੈਂ ਉਸ ਸਮੇਂ ਮਾਂ ਦੇ ਗੁੱਸੇ ਤੋਂ ਡਰ ਗਿਆ ਸੀ। ਜਦੋਂ ਮਾਂ ਨੂੰ ਗੁੱਸਾ ਆਉਂਦਾ ਹੈ ਤਾਂ ਉਹ ਸਭ ਕੁਝ ਖਤਮ ਕਰ ਦਿੰਦੀ ਹੈ। ਮੈਂ ਮਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਾਂਗਾ। ਪਲੀਜ਼ ਤੁਸੀਂ ਇਸ ਰਿਸ਼ਤੇ ਤੋਂ ਇਨਕਾਰ ਕਰ ਦਿਓ। ਪਰ ਹੁਣ ਮੇਰੇ ਦਿਲ ਦੇ ਵਿੱਚ ਉਸ ਦੇ ਲਈ ਕੁਝ ਵੀ ਨਹੀਂ ਬਚਿਆ ਸੀ। ਮੈਂ ਉਸਨੂੰ ਠੰਡੀ ਆਵਾਜ਼ ਦੇ ਵਿੱਚ ਕਿਹਾ, ਆਰੀਅਨ, ਤੁਹਾਡੀ ਮਾਫੀ ਅਤੇ ਤੁਹਾਡਾ ਪਿਆਰ ਮੇਰੇ ਲਈ ਹੁਣ ਕਿਸੇ ਕੰਮ ਦਾ ਨਹੀਂ ਹੈ। ਆਰੀਅਨ, ਹੁਣ ਬਹੁਤ ਲੇਟ ਹੋ ਚੁੱਕਿਆ ਹੈ। ਆਰੀਅਨ ਚੁੱਪਚਾਪ ਖੜਾ ਰਿਹਾ ਅਤੇ ਮੈਂ ਕਮਰੇ ਤੋਂ ਬਾਹਰ ਨਿਕਲ ਗਈ। ਮੈਨੂੰ ਪਤਾ ਸੀ ਕਿ ਉਹ ਹੁਣ ਕਿਤੇ ਨਹੀਂ ਜਾਵੇਗਾ ਅਤੇ ਜੇਕਰ ਫਿਰ ਕੋਈ ਕਮਰੇ ਦੇ ਵਿੱਚ ਆ ਜਾਂਦਾ ਤਾਂ ਫਿਰ ਤਮਾਸ਼ਾ ਖੜਾ ਹੋ ਜਾਂਦਾ। ਤੀਸਰੇ ਦਿਨ ਉਹ ਲੜਕਾ ਆਇਆ ਸੀ ਜਿਸ ਦਾ ਨਾਮ ਕਬੀਰ ਸੀ ਅਤੇ ਉਸ ਨੂੰ ਦੇਖ ਕੇ ਮੈਂ ਦੰਗ ਰਹਿ ਗਈ ਸੀ। ਉਹ ਉਮਰ ਦੇ ਵਿੱਚ ਮੇਰੇ ਤੋਂ ਲਗਭਗ 15 ਸਾਲ ਵੱਡਾ ਸੀ। ਮੇਰਾ ਤਾਂ ਦਿਲ ਹੀ ਟੁੱਟ ਗਿਆ ਸੀ। ਮੈਂ ਨਜ਼ਰਾਂ ਝੁਕਾ ਲਈਆਂ। ਕਬੀਰ ਚਾਚਾ ਨੂੰ ਕਹਿਣ ਲੱਗਿਆ ਕਿ ਮੈਂ ਤੁਹਾਡੀ ਭਤੀਜੀ ਦੇ ਨਾਲ ਇਕੱਲੇ ਦੇ ਵਿੱਚ ਗੱਲ ਕਰਨਾ ਚਾਹੁੰਦਾ ਹਾਂ। ਚਾਚਾ ਜੀ ਨੇ ਖੁਸ਼ੀ-ਖੁਸ਼ੀ ਇਜਾਜ਼ਤ ਦੇ ਦਿੱਤੀ ਸੀ। ਮੈਂ ਕਬੀਰ ਦੇ ਨਾਲ ਗਾਰਡਨ ਦੇ ਵਿੱਚ ਆ ਗਈ ਸੀ। ਉਹ ਮੇਰੇ ਨਾਲ ਹੀ ਤੁਰ ਰਿਹਾ ਸੀ। ਕਦੇ-ਕਦੇ ਮੇਰੇ ਵੱਲ ਇੱਕ ਨਿਗਾਹ ਚੱਕ ਕੇ ਦੇਖ ਲੈਂਦਾ, ਪਰ ਮੇਰੀਆਂ ਨਜ਼ਰਾਂ ਅਜੇ ਵੀ ਝੁਕੀਆਂ ਹੋਈਆਂ ਸਨ। ਅੰਦਰ ਹੀ ਅੰਦਰ ਮੇਰਾ ਦਿਲ ਰੋ ਰਿਹਾ ਸੀ, ਪਰ ਮੈਂ ਜਾਣਦੀ ਸੀ ਕਿ ਜੋ ਕੁਝ ਵੀ ਹੋ ਰਿਹਾ ਸੀ ਉਹ ਮੇਰੀ ਉਮੀਦ ਦੇ ਅਨੁਸਾਰ ਹੀ ਹੋ ਰਿਹਾ ਸੀ। ਮੈਨੂੰ ਪਹਿਲਾਂ ਤੋਂ ਹੀ ਪਤਾ ਸੀ ਕਿ ਚਾਚੀ ਮੇਰਾ ਵਿਆਹ ਕਿਸੇ ਅਜਿਹੇ ਆਦਮੀ ਦੇ ਨਾਲ ਹੀ ਕਰੇਗੀ ਜੋ ਉਮਰ ਦੇ ਵਿੱਚ ਮੇਰੇ ਤੋਂ ਬਹੁਤ ਵੱਡਾ ਹੋਵੇ। ਪਹਿਲਾਂ
ਤੋਂ ਵਿਆਹ ਹੋਇਆ ਹੋਵੇ ਜਾਂ ਫਿਰ ਬਹੁਤ ਗਰੀਬ ਹੋਵੇ। ਕਬੀਰ ਉਮਰ ਦੇ ਵਿੱਚ ਮੇਰੇ ਨਾਲੋਂ ਵੱਡਾ ਤਾਂ ਸੀ, ਪਰ ਉਹ ਬਹੁਤ ਖੂਬਸੂਰਤ ਸੀ। ਉੱਚਾ ਲੰਮਾ ਕੱਦ, ਗੋਰਾ ਚਿੱਟਾ ਰੰਗ, ਉਸ ਦੇ ਅੱਖਾਂ ਤੇ ਲੱਗਿਆ ਹੋਇਆ ਚਸ਼ਮਾ ਉਸ ਦੀ ਪਰਸਨੈਲਿਟੀ ਨੂੰ ਹੋਰ ਵੀ ਵਧੀਆ ਬਣਾ ਰਿਹਾ ਸੀ। ਕਬੀਰ ਨੇ ਬਿਨਾਂ ਕਿਸੇ ਝਿਜਕ ਦੇ ਕਿਹਾ, ਆਸਤਾ, ਮੈਂ ਤੁਹਾਡੇ ਤੋਂ ਕੁਝ ਵੀ ਨਹੀਂ ਲੁਕਾਵਾਂਗਾ। ਮੈਂ ਮੰਨਦਾ ਹਾਂ ਕਿ ਉਮਰ ਦਾ ਫਰਕ ਸਾਡੇ ਵਿਚਕਾਰ ਹੈ। ਮੈਂ ਇਹ ਗੱਲ ਤੁਹਾਡੇ ਚਾਚਾ ਜੀ ਨੂੰ ਵੀ ਕਹੀ ਸੀ, ਪਰ ਉਹਨਾਂ ਦਾ ਕਹਿਣਾ ਸੀ ਕਿ ਤੁਹਾਨੂੰ ਇਸ ਤੋਂ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਕੀ ਤੁਹਾਨੂੰ ਇਸ ਉਮਰ ਤੇ ਅੰਤਰ ਤੋਂ ਦਿੱਕਤ ਹੈ? ਮੈਂ ਉਸਦੇ ਵੱਲ ਦੇਖਿਆ ਅਤੇ ਸਿਰ ਨਾਂਹ ਦੇ ਵਿੱਚ ਹਿਲਾ ਦਿੱਤਾ। ਮੈਨੂੰ ਪਤਾ ਸੀ ਕਿ ਇਹ ਮੇਰੇ ਚਾਚਾ ਜੀ ਦਾ ਫੈਸਲਾ ਸੀ ਅਤੇ ਜੇਕਰ ਮੈਂ ਇਸ ਤੋਂ ਇਨਕਾਰ ਕਰਦੀ ਤਾਂ ਇਸ ਤੋਂ ਵੀ ਜ਼ਿਆਦਾ ਤਕਲੀਫ ਦਾ ਸਾਹਮਣਾ ਮੈਨੂੰ ਕਰਨਾ ਪੈ ਸਕਦਾ ਸੀ। ਫਿਰ ਕਬੀਰ ਨੇ ਗੱਲਾਂ ਨੂੰ ਅੱਗੇ ਵਧਾਉਂਦੇ ਹੋਏ ਕਿਹਾ, ਆਸਤਾ, ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਮੈਂ ਵਿਆਹਿਆ ਹੋਇਆ ਹਾਂ, ਪਰ ਮੇਰੀ ਪਤਨੀ 6 ਮਹੀਨੇ ਪਹਿਲਾਂ ਗੁਜ਼ਰ ਗਈ ਹੈ। ਮੇਰੀ ਇੱਕ 2 ਸਾਲ ਦੀ ਬੇਟੀ ਹੈ। ਉਸ ਨੂੰ ਇੱਕ ਮਾਂ ਦੀ ਜ਼ਰੂਰਤ ਹੈ। ਕੀ ਤੁਸੀਂ ਉਸ ਨੂੰ ਆਪਣੀ ਬੇਟੀ ਦੀ ਤਰ੍ਹਾਂ ਪਿਆਰ ਦੇ ਸਕੋਗੇ? ਇਹ ਸੁਣ ਕੇ ਮੈਨੂੰ ਇੱਕ ਡੂੰਘਾ ਸਦਮਾ ਲੱਗਿਆ ਸੀ। ਕਬੀਰ ਦੀਆਂ ਇਹ ਗੱਲਾਂ ਮੇਰੀ ਉਮੀਦ ਤੋਂ ਪਰੇ ਸਨ। ਉਸਨੇ ਕਿਹਾ, ਮੈਂ ਆਪਣੀ ਬੇਟੀ ਦੇ ਨਾਲ ਬਹੁਤ ਪਿਆਰ ਕਰਦਾ ਹਾਂ ਅਤੇ ਮੈਂ ਚਾਹੁੰਦਾ ਹਾਂ ਕਿ ਉਸ ਨੂੰ ਮਾਂ ਦਾ ਪਿਆਰ ਮਿਲੇ, ਤੁਹਾਡੇ ਹੱਕ ਦਾ ਪਿਆਰ ਅਤੇ ਮੁਹੱਬਤ ਮਿਲੇਗੀ। ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ। ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਸਨ, ਪਰ ਕਬੀਰ ਤੋਂ ਇਲਾਵਾ ਮੇਰੇ ਕੋਲ ਹੋਰ ਦੂਜਾ ਕੋਈ ਆਪਸ਼ਨ ਹੀ ਨਹੀਂ ਸੀ। ਆਰੀਅਨ ਦਾ ਚਿਹਰਾ ਅਚਾਨਕ ਮੇਰੇ ਖਿਆਲਾਂ ਦੇ ਵਿੱਚ ਆ ਗਿਆ ਸੀ, ਪਰ ਉਸ ਨੇ ਤਾਂ ਮੇਰੀਆਂ ਉਮੀਦਾਂ ਨੂੰ ਤੋੜ ਕੇ ਰੱਖ ਦਿੱਤਾ ਸੀ। ਜੇਕਰ ਉਹ ਮੈਨੂੰ ਸੱਚਮੁੱਚ ਪਿਆਰ ਕਰਦਾ ਤਾਂ ਉਹ ਆਪਣੀ ਮਾਂ ਦੇ ਸਾਹਮਣੇ ਖੜਾ ਹੋ ਜਾਂਦਾ ਤਾਂ ਮੈਨੂੰ ਵੀ ਹਿੰਮਤ ਮਿਲ ਜਾਂਦੀ। ਅਸੀਂ ਦੋਵੇਂ ਦੁਨੀਆ ਨਾਲ ਲੜ ਕੇ ਇੱਕ ਦੂਜੇ ਨੂੰ ਹਾਸਿਲ ਕਰ ਲੈਂਦੇ, ਪਰ ਆਰੀਅਨ ਦਾ ਪਿਆਰ ਇੱਕ ਤੇਜ਼ ਹਵਾ ਦੀ ਤਰ੍ਹਾਂ ਨਿਕਲਿਆ ਜੋ ਕਿਸੇ ਵੀ ਸਮੇਂ ਖੜ ਸਕਦਾ ਸੀ। ਮੈਂ ਆਪਣੇ ਹੰਝੂਆਂ ਨੂੰ ਪੂੰਝਦੇ ਹੋਏ ਕਬੀਰ ਦੀ ਹਰ ਇੱਕ ਗੱਲ ਨੂੰ ਹਾਂ ਕਰ ਦਿੱਤੀ। ਝਟਪਟ ਸਾਡਾ ਵਿਆਹ ਹੋ ਗਿਆ ਅਤੇ ਮੈਂ ਦੁਲਹਨ ਬਣ ਕੇ ਕਬੀਰ ਦੇ ਕਮਰੇ ਦੇ ਵਿੱਚ ਬੈਠੀ ਸੀ। ਕਬੀਰ ਦਾ ਇੱਕ ਛੋਟਾ ਜਿਹਾ 2 ਕਮਰਿਆਂ ਦਾ ਮਕਾਨ ਸੀ ਜੋ ਕਾਫੀ ਖੂਬਸੂਰਤੀ ਨਾਲ ਸਜਿਆ ਹੋਇਆ ਸੀ, ਜਿਸ ਨੂੰ ਉਸ ਦੀ ਪਤਨੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਜਾਇਆ ਹੋਇਆ ਸੀ। ਥੋੜੇ ਸਮੇਂ ਬਾਅਦ ਕਬੀਰ ਕਮਰੇ ਦੇ ਵਿੱਚ ਆਇਆ। ਉਸ ਦੀ ਗੋਦੀ ਦੇ ਵਿੱਚ ਉਸ ਦੀ ਛੋਟੀ ਜਿਹੀ ਬੇਟੀ ਐਨੀ ਸੀ। ਐਨੀ ਨੂੰ ਦੇਖ ਕੇ ਮੇਰਾ ਦਿਲ ਭਰ ਆਇਆ। ਉਹ ਬਹੁਤ ਹੀ ਪਿਆਰੀ ਅਤੇ ਖੂਬਸੂਰਤ ਸੀ। ਮੈਂ ਉਸ ਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਲਿਆ। ਉਹ ਥੋੜੇ ਹੀ ਸਮੇਂ ਦੇ ਵਿੱਚ ਸੌਂ ਗਈ ਸੀ। ਕਬੀਰ ਉਸ ਨੂੰ ਉਸਦੇ ਕਮਰੇ ਦੇ ਵਿੱਚ ਆਇਆ ਦੇ ਕੋਲ ਪਾ ਆਇਆ ਅਤੇ ਮੇਰੇ ਕੋਲ ਆ ਕੇ ਬੈਠ ਗਿਆ। ਥੋੜੇ ਸਮੇਂ ਬਾਅਦ ਉਸਨੇ ਮੈਨੂੰ ਮੂੰਹ ਦਿਖਾਈ ਦਾ ਤੋਹਫਾ ਦੇ ਦਿੱਤਾ। ਕਬੀਰ ਨੇ ਅੱਗੇ ਕਿਹਾ, ਆਸਤਾ, ਮੇਰੀ ਗੱਲ ਦਾ ਗਲਤ ਮਤਲਬ ਨਾ ਕੱਢਿਓ। ਮੈਂ ਆਪਣੀ ਪਤਨੀ ਦੇ ਨਾਲ ਬਹੁਤ ਪਿਆਰ ਕਰਦਾ ਸੀ, ਪਰ ਉਸ ਦੀ ਮੌਤ ਨੇ ਮੈਨੂੰ ਤੋੜ ਕੇ ਰੱਖ ਦਿੱਤਾ ਹੈ ਅਤੇ ਅਜੇ ਤੱਕ ਮੈਂ ਉਸ ਦੁੱਖ ਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਿਆ ਹਾਂ। ਮੈਂ ਸਿਰਫ ਤੇ ਸਿਰਫ ਆਪਣੀ ਬੱਚੀ ਦੇ ਲਈ ਇਹ ਵਿਆਹ ਕੀਤਾ ਹੈ। ਕੀ ਤੁਸੀਂ ਇਸ ਰਿਸ਼ਤੇ ਨੂੰ ਸਵੀਕਾਰ ਕਰਨ ਦੇ ਲਈ ਮੈਨੂੰ ਥੋੜਾ ਸਮਾਂ ਦਿਓਗੇ ਤਾਂ ਕਿ ਮੈਂ ਆਪਣੀ ਪਤਨੀ ਦੀਆਂ ਯਾਦਾਂ ਦੇ ਵਿੱਚੋਂ ਬਾਹਰ ਨਿਕਲ ਸਕਾਂ? ਮੈਂ ਉਸ ਦੀ ਗੱਲ ਨੂੰ ਸਮਝਦੇ ਹੋਏ ਸਿਰ ਹਾਂ ਦੇ ਵਿੱਚ ਹਿਲਾ ਦਿੱਤਾ ਸੀ। ਉਸ ਰਾਤ ਮੈਂ ਆਪਣਾ ਟਿਕਾਣਾ ਸੋਫੇ ਨੂੰ ਬਣਾ ਲਿਆ ਸੀ ਅਤੇ ਕਬੀਰ ਬੈੱਡ ਤੇ ਸੌਂ ਗਿਆ ਅਤੇ ਫਿਰ ਇਹੀ ਸਾਡਾ ਰੂਟੀਨ ਬਣ ਗਿਆ। ਹੌਲੀ ਹੌਲੀ ਮੈਂ ਪੂਰਾ ਘਰ ਸੰਭਾਲ ਲਿਆ ਤੇ ਐਨੀ ਦੀ ਦੇਖਭਾਲ ਆਪਣੀ ਬੇਟੀ ਦੀ ਤਰ੍ਹਾਂ ਕਰਨ ਲੱਗੀ। ਕੁਝ ਦਿਨਾਂ ਬਾਅਦ ਮੈਂ ਚਾਚੀ ਦੇ ਘਰ ਵੀ ਗਈ ਸੀ, ਜਿੱਥੇ ਮੈਨੂੰ ਪਤਾ ਲੱਗਿਆ ਕਿ ਆਰੀਅਨ ਹੁਣ ਕਿਸੇ ਹੋਰ ਲੜਕੀ ਦੇ ਪਿਆਰ ਦੇ ਵਿੱਚ ਪੈ ਗਿਆ ਹੈ ਅਤੇ ਉਸ ਦੇ ਨਾਲ ਵਿਆਹ ਦੀ ਜਿੱਦ ਕਰ ਰਿਹਾ ਹੈ। ਇਸ ਵਾਰ ਉਹਦੀ ਚਾਚੀ ਅਤੇ ਮਾਂ ਵੀ ਰਾਜੀ ਸਨ ਕਿਉਂਕਿ ਲੜਕੀ ਬਹੁਤ ਅਮੀਰ ਸੀ। ਇਹ ਸਭ ਕੁਝ ਸੁਣ ਕੇ ਮੇਰੇ ਚਿਹਰੇ ਤੇ ਇੱਕ ਫਿੱਕੀ ਜਿਹੀ ਮੁਸਕਾਨ ਆ ਗਈ ਸੀ। ਮੈਂ ਸਹੀ ਸਮੇਂ ਤੇ ਸਹੀ ਫੈਸਲਾ ਲਿਆ ਸੀ। ਹੁਣ ਕਬੀਰ ਦਾ ਪਿਆਰ ਮੇਰੇ ਦਿਲ ਦੇ ਵਿੱਚ ਜਗ੍ਹਾ ਬਣਾਉਣ ਲੱਗਿਆ ਸੀ। ਉਹ ਮੇਰਾ ਬਹੁਤ ਖਿਆਲ ਰੱਖਦਾ ਸੀ ਅਤੇ ਮੈਂ ਵੀ ਉਸ ਦੀ ਹਰ ਇੱਕ ਗੱਲ ਦਾ ਧਿਆਨ ਰੱਖਦੀ। ਹੌਲੀ ਹੌਲੀ ਕਬੀਰ ਨੂੰ ਮੇਰੀ ਆਦਤ ਪੈ ਗਈ ਸੀ ਅਤੇ ਇਸ ਗੱਲ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਸੀ ਕਿ ਮੈਂ ਵੀ ਕਬੀਰ ਦੇ ਨਾਲ ਹੁਣ ਪਿਆਰ ਕਰਨ ਲੱਗੀ ਸੀ। ਇੱਕ ਰਾਤ ਕਬੀਰ ਨੇ ਮੈਨੂੰ ਆਪਣੇ ਕੋਲ ਬੁਲਾ ਕੇ ਕਿਹਾ, ਆਸਤਾ, ਬੈੱਡ ਤੇ ਹੀ ਸੌਂ ਜਾਓ, ਮੈਨੂੰ ਨੀਂਦ ਨਹੀਂ ਆ ਰਹੀ। ਉਸ ਦੀ ਇਸ ਗੱਲ ਤੇ ਮੇਰਾ ਦਿਲ ਜ਼ੋਰ ਦੇ ਨਾਲ ਧੜਕਣ ਲੱਗਿਆ। ਉਸ ਦੇ ਇਸ਼ਾਰੇ ਕੁਝ ਹੋਰ ਹੀ ਸਨ। ਮੈਂ ਘਬਰਾਉਂਦੀ ਹੋਈ ਉਸ ਦੇ ਕੋਲ ਬੈਠ ਗਈ। ਕਬੀਰ ਨੇ ਹੌਲੀ ਜਿਹੀ ਮੈਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਲਿਆ। ਕਹਿਣ ਲੱਗਿਆ, ਆਸਤਾ, ਅੱਜ ਮੇਰਾ ਮਨ ਬਹੁਤ ਪਰੇਸ਼ਾਨ ਸੀ, ਨੀਂਦ ਵੀ ਨਹੀਂ ਆ ਰਹੀ। ਕਬੀਰ ਨੇ ਮੈਨੂੰ ਆਪਣੀਆਂ ਬਾਹਾਂ ਦੇ ਵਿੱਚ ਲੈਂਦੇ ਹੋਏ ਕਿਹਾ, ਬਹੁਤ ਦਿਨਾਂ ਤੋਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀ ਕਿ ਅਸੀਂ ਪਤੀ ਪਤਨੀ ਦਾ ਰਿਸ਼ਤਾ ਸ਼ੁਰੂ ਕਰ ਸਕਦੇ ਹਾਂ, ਪਰ ਹਿੰਮਤ ਹੀ ਨਹੀਂ ਹੋ ਰਹੀ ਸੀ। ਤੁਸੀਂ ਮੇਰੇ ਦਿਲ ਦੇ ਵਿੱਚ ਆਪਣੇ ਲਈ ਜਗ੍ਹਾ ਬਣਾ ਲਈ ਹੈ ਕਿਉਂਕਿ ਤੁਸੀਂ ਮੇਰੀ ਬੱਚੀ ਨੂੰ ਇੱਕ ਸਕੀ ਮਾਂ ਦੀ ਤਰ੍ਹਾਂ ਪਿਆਰ ਦਿੱਤਾ ਹੈ। ਇਹ ਸਭ ਬਾਰੇ ਜਾਣ ਕੇ ਮੈਨੂੰ ਤੁਹਾਡੇ ਨਾਲ ਪਿਆਰ ਹੋ ਗਿਆ ਹੈ। ਮੈਂ ਤੁਹਾਡੇ ਨਾਲ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨਾ ਚਾਹੁੰਦਾ ਹਾਂ। ਇਹ ਰਾਤ ਸਾਡੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੀ ਰਾਤ ਸੀ। ਹੁਣ ਸਾਡਾ ਘਰ ਖੁਸ਼ੀਆਂ ਦੇ ਨਾਲ ਮਹਿਕਣ ਲੱਗਿਆ ਸੀ। ਸਾਡੇ ਪਰਿਵਾਰ ਦੇ ਵਿੱਚ ਹੁਣ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਕਬੀਰ ਮੇਰਾ ਅਤੇ ਐਨੀ ਦਾ ਬਹੁਤ ਖਿਆਲ ਰੱਖਦਾ ਸੀ ਅਤੇ ਮੈਂ ਉਹਨਾਂ ਦੇ ਬਿਨਾਂ ਅਧੂਰੀ ਸੀ। ਅਤੇ ਫਿਰ 1 ਸਾਲ ਬਾਅਦ ਪਰਮਾਤਮਾ ਨੇ ਸਾਨੂੰ ਇੱਕ ਪਿਆਰਾ ਜਿਹਾ
ਬੇਟਾ ਦਿੱਤਾ ਅਤੇ ਹੁਣ ਸਾਡੀ ਫੈਮਿਲੀ ਪੂਰੀ ਹੋ ਚੁੱਕੀ ਸੀ। ਕਬੀਰ ਭਲਾ ਹੀ ਉਮਰ ਦੇ ਵਿੱਚ ਮੇਰੇ ਨਾਲੋਂ ਵੱਡਾ ਸੀ, ਪਰ ਉਹਨਾਂ ਦਾ ਪਿਆਰ ਮੇਰੇ ਲਈ ਸੱਚਾ ਸੀ। ਉਹ ਹਰ ਸਮੇਂ ਹਰ ਜਗ੍ਹਾ ਮੇਰੇ ਨਾਲ ਖੜੇ ਰਹਿੰਦੇ ਸਨ। ਕੋਈ ਜੇਕਰ ਮੇਰੇ ਨਾਲ ਉੱਚੀ ਆਵਾਜ਼ ਦੇ ਵਿੱਚ ਗੱਲ ਕਰਦਾ ਤਾਂ ਕਬੀਰ ਉਹਨਾਂ ਨੂੰ ਅਜਿਹਾ ਜਵਾਬ ਦਿੰਦੇ ਕਿ ਸਾਹਮਣੇ ਵਾਲਾ ਚੁੱਪ ਹੋ ਜਾਂਦਾ। ਕਬੀਰ ਮੇਰੀ ਬਹੁਤ ਇੱਜ਼ਤ ਕਰਦਾ ਸੀ, ਮੇਰੀ ਹਰ ਇੱਕ ਗੱਲ ਦਾ ਖਿਆਲ ਰੱਖਦਾ। ਅੱਜ ਮੈਨੂੰ ਇਸ ਗੱਲ ਤੇ ਕੋਈ ਅਫਸੋਸ ਨਹੀਂ ਕਿ ਕਬੀਰ ਮੇਰੇ ਤੋਂ ਉਮਰ ਦੇ ਵਿੱਚ ਵੱਡਾ ਹੈ, ਬਲਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕਬੀਰ ਮੇਰੀਆਂ ਭਾਵਨਾਵਾਂ ਨੂੰ ਸਮਝਦਾ ਹੈ ਅਤੇ ਮੇਰੇ ਨਾਲ ਸੱਚਾ ਪਿਆਰ ਕਰਦਾ ਹੈ। ਅੱਜ ਮੈਂ ਬਹੁਤ ਸਕੂਨ ਦੇ ਵਿੱਚ ਹਾਂ। ਕਬੀਰ ਦਾ ਪਿਆਰ ਪਾ ਕੇ ਮੇਰੀ ਜ਼ਿੰਦਗੀ ਪੂਰੀ ਹੋ ਗਈ ਸੀ। ਦਿਲ ਦੇ ਵਿੱਚ ਸਕੂਨ ਸੀ ਕਿ ਮੈਂ ਸਹੀ ਸਮੇਂ ਤੇ ਸਹੀ ਫੈਸਲਾ ਲਿਆ ਸੀ। ਜੇਕਰ ਉਸ ਦਿਨ ਮੈਂ ਗਲਤ ਫੈਸਲਾ ਲੈ ਲੈਂਦੀ ਤਾਂ ਅੱਜ ਕਬੀਰ ਵਰਗਾ ਇਨਸਾਨ ਮੇਰੀ ਕਿਸਮਤ ਦੇ ਵਿੱਚ ਨਾ ਹੁੰਦਾ। ਤਾਂ ਦੋਸਤੋ, ਅੱਜ ਦੀ ਸਾਡੀ ਇਹ ਕਹਾਣੀ ਸੀ, ਤੁਹਾਨੂੰ ਕਿਵੇਂ ਲੱਗੀ? ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।